किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 8वें कांड दा 12वां ਅਤੇ ਅਖੀਰਲਾ ਭਾਗ। ਪੂਰੀ ਮਰਿਆਦਾ ਨਾਲ ਕੀਤੇ ਪਾਠਾਂ ਦਾ ਫਲ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਿਆਲ ਸਿੰਘ ਦੇ ਚਲੇ ਜਾਣ 'ਤੇ ਅੱਜ ਬੀਬੀ ਸ਼ਾਮੋ ਬੜੀ ਉਦਾਸ ਹੋ ਗਈ। ਪਰੇਸ਼ਾਨੀ ਦੀ ਹਾਲਤ ਵਿੱਚ ਉਸਨੇ ਸਰਦਾਰ ਝੰਡਾ ਸਿੰਘ ਨੂੰ ਬੈਠਕ ਵਿੱਚ ਬੁਲਾ ਕੇ ਇਉਂ ਗੱਲ ਤੋਰੀ। ਸ਼ਾਮੋ, ਸਰਦਾਰ ਜੀ, ਅੱਜ ਗੁਰਦਿਆਲ ਸਿੰਘ ਦੇ ਚਲੇ ਜਾਣ ਨਾਲ ਮੇਰਾ ਦਿਲ ਬੜਾ ਪਰੇਸ਼ਾਨ ਅਤੇ ਦੁਖੀ ਜਿਹਾ ਹੋ ਗਿਆ ਹੈ। ਅੱਗੇ ਸੈਂਕੜੇ ਵਾਰੀ ਕਾਕਾ ਆਪਣੇ ਪਿੰਡ ਨੂੰ ਮੁੜਦਾ ਰਿਹਾ ਹੈ, ਕਦੇ ਮੇਰੇ ਮਨ 'ਤੇ ਅਜਿਹਾ ਅਸਰ ਨਹੀਂ ਸੀ ਹੋਇਆ। ਝੰਡਾ ਸਿੰਘ, ਹੈ ਕਮਲੀ ਨਾ ਹੋਵੇ, ਉਹ ਕੋਈ ਬੱਚਾ ਹੈ। ਵਾਹਿਗੁਰੂ ਸੁੱਖ ਰੱਖੇ, ਸਿਆਣਾ ਪੁੱਤਰ ਹੈ, ਉਸ ਨੂੰ ਕੀ ਖਤਰਾ ਹੋ ਸਕਦਾ ਹੈ। ਸ਼ਾਮੋ, ਨਹੀਂ ਸਰਦਾਰ ਜੀ, ਸਾਡੇ ਬੱਚੇ ਨੂੰ ਕੰਡਾ ਚੁਭਣ ਦੀ ਪੀੜ ਵੀ ਕਿਉਂ ਹੋਵੇ। ਤੁਸੀਂ ਤਾਂ ਬਾਹਰ ਦੇ ਪੰਖੇਰੂ ਹੋ, ਇੱਥੇ ਉਸ ਦੇ ਹੋਣ ਨਾਲ ਮੈਂ ਬੜੀ ਭਾਰੀ ਗੌਰੀ ਬਣੀ ਰਹੀ ਸਾਂ। ਹੁਣ ਮੈਨੂੰ ਇਕੱਲ ਜਿਹਾ ਲੱਗਣ ਲੱਗ ਪਿਆ ਹੈ। ਝੰਡਾ ਸਿੰਘ, ਭੋਲੀਏ, ਸੰਤਾਂ ਦਾ ਪਿਆਰਾ ਸੇਵਾਦਾਰ ਟਹਿਲ ਸਿੰਘ ਤੇਰੇ ਲਾਗੇ ਹਰ ਵੇਲੇ ਰਹਿੰਦਾ ਹੈ, ਤੂੰ ਆਪਣੇ ਆਪ ਨੂੰ ਇਕੱਲੀ ਕਿਸ ਕਾਰਨ ਮੰਨਦੀ ਹੈ। ਸ਼ਾਮੋ, ਉਸੇ ਟਹਿਲ ਸਿੰਘ ਦੇ ਕਰਕੇ ਹੀ ਤਾਂ ਮੈਨੂੰ ਆਪਣੇ ਬੱਚੇ ਦੇ ਆਸਰੇ ਦੀ ਲੋੜ ਸੀ। ਝੰਡਾ ਸਿੰਘ, ਹੈਂ, ਇਹ ਤੂੰ ਕੀ ਆਖਿਆ, ਮੈਨੂੰ ਖੋਲ੍ਹ ਕੇ ਦੱਸ, ਕੀ ਗੱਲ ਹੈ। ਸ਼ਾਮੋ, ਪਹਿਲਾਂ ਤਾਂ ਮੇਰੇ ਹੱਥਾਂ ਨੂੰ ਜਾਣ ਬੁੱਝ ਕੇ ਛੇੜਦਿਆ ਕਰਦਾ ਸੀ। ਮੈਂ ਸਮਝਦੀ ਸਾਂ ਕਿ ਐਵੇਂ ਭੁਲੇਖੇ ਨਾਲ ਹੱਥ ਨੂੰ ਛੋਹ ਗਿਆ ਤਾਂ ਕਿੱਧਰ ਦੀ ਆਖਰ ਆ ਗਈ। ਇੱਕ ਦਿਨ ਮੈਨੂੰ ਇਕੱਲੀ ਤਾੜ ਕੇ ਮੇਰੀ ਪਿੱਠ 'ਤੇ ਹੱਥ ਰੱਖ ਦਿੱਤਾ। ਮੈਂ ਝਾੜ ਪਾ ਕੇ ਕਿਹਾ ਕਿ ਜੇ ਅੱਗੇ ਤੋਂ ਅਜਿਹੀ ਹਰਕਤ ਹੋਈ ਤਾਂ ਮੈਂ ਆਪਣੀ ਨੌਕਰਾਣੀ ਵਾਪਸ ਬੁਲਾ ਲੈਣੀ ਹੈ। ਉਸ ਤੋਂ ਪਿੱਛੋਂ ਛੇੜਿਆ ਤਾਂ ਕਦੇ ਨਹੀਂ, ਪਰ ਪਤਾ ਨਹੀਂ ਕਿਉਂ ਮੇਰੇ ਅੰਦਰ ਉਸ ਦਿਨ ਤੋਂ ਡਰ ਵੱਧਦਾ ਹੀ ਗਿਆ ਹੈ। ਟਹਿਲ ਸਿੰਘ ਦੀਆਂ ਅੱਖਾਂ ਠੀਕ ਨਹੀਂ ਹਨ। ਮੈਂ ਇਹ ਗੱਲ ਬੀਬੀ ਪ੍ਰੀਤੋ ਨਾਲ ਵੀ ਕੀਤੀ ਸੀ ਤਾਂ ਉਸਨੇ ਕਿਹਾ ਸੀ ਕਿ ਸੰਤਾਂ ਨੂੰ ਦੱਸਣਾ ਚਾਹੀਦਾ ਹੈ। ਝੰਡਾ ਸਿੰਘ, ਤੂੰ ਚਿੰਤਾ ਨਾ ਕਰ, ਮੈਂ ਹੁਣੇ ਸੰਤਾਂ ਨਾਲ ਗੱਲ ਕਰਦਾ ਹਾਂ। ਸੰਤਾਂ ਵਿੱਚੋਂ ਤਾਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਸ਼ਾਮੋ, ਸੰਤ ਜੀ ਦੀ ਮਹਿਮਾ ਤਾਂ ਬੱਚਾ ਬੱਚਾ ਗਾਉਂਦਾ ਹੈ। ਬੀਬੀ ਪ੍ਰੀਤੋ ਵੀ ਸੰਤ ਜੀ ਦੇ ਸੋਹਲੇ ਗਾਉਂਦੀ ਨਹੀਂ ਥੱਕਦੀ, ਪਰ ਜ਼ਰਾ ਖਿਆਲ ਨਾਲ ਗੱਲ ਕਰਿਓ, ਕਿਤੇ ਕੀਤੀ ਕਤਰੀ ਖੂਹ ਵਿੱਚ ਹੀ ਨਾ ਪੈ ਜਾਏ। ਝੰਡਾ ਸਿੰਘ ਉਸੇ ਵੇਲੇ ਸੰਤਾਂ ਕੋਲ ਚਲਾ ਗਿਆ ਅਤੇ ਨਮਸਕਾਰ ਕਰਕੇ ਬੈਠ ਗਿਆ। ਸੰਤ, ਕੀ ਗੱਲ ਹੈ ਸਰਦਾਰ ਝੰਡਾ ਸਿਆਂ, ਬੜਾ ਉਖੜਿਆ ਲੱਗਦਾ ਹੈ। ਝੰਡਾ ਸਿੰਘ, ਤੁਸੀਂ ਸੁਣੋਗੇ ਤਾਂ ਤੁਸੀਂ ਮੈਥੋਂ ਵੀ ਵੱਧ ਦੁਖੀ ਹੋ ਜਾਣਾ ਹੈ। ਸੰਤ, ਕੀ ਹੋਇਆ, ਮੁੰਡਾ ਜਾਂਦਾ ਹੋਇਆ ਕੁਛ ਕਹਿ ਕੇ ਗਿਆ ਤੇ ਨਹੀਂ। ਝੰਡਾ ਸਿੰਘ, ਨਹੀਂ ਜੀ, ਉਸ ਗਊ ਨੇ ਕਦੇ ਮੇਰੇ ਅੱਗੇ ਉੱਚੀ ਸਾਹ ਨਹੀਂ ਲਿਆ, ਉਹ ਤਾਂ ਲੱਖਾਂ ਵਿੱਚੋਂ ਇੱਕ ਲਾਲ ਹੈ। ਸੰਤ, ਫਿਰ ਹੋਇਆ ਕੀ ਹੈ। ਝੰਡਾ ਸਿੰਘ ਨੇ ਸ਼ਾਮੋ ਕੋਲੋਂ ਸੁਣੀ ਗੱਲ ਸੰਤਾਂ ਨੂੰ ਸੁਣਾ ਦਿੱਤੀ। ਗੱਲ ਸੁਣਦੇ ਸਾਰ ਸੰਤ ਰਾਮ ਸਿੰਘ ਨੇ ਬੜੀ ਗਰਜਵੀਂ ਆਵਾਜ਼ ਨਾਲ ਜੀਵਨ ਸਿੰਘ ਨੂੰ ਸੱਦਿਆ ਅਤੇ ਉਸ ਨੂੰ ਹੁਕਮ ਦੇ ਕੇ ਟਹਿਲ ਸਿੰਘ ਨੂੰ ਸਦਵਾ ਲਿਆ। ਝੰਡਾ ਸਿੰਘ ਤਾਂ ਸ਼ਰਮ ਨਾਲ ਉਂਦੀ ਪਾਈ ਬੈਠਾ ਸੀ। ਸੰਤਾਂ ਨੇ ਟਹਿਲ ਸਿੰਘ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ ਕਿ ਸ਼ਿਕਾਇਤ ਪੁੱਜ ਗਈ ਹੈ। ਗੁੱਸੇ ਵਾਲੀ ਸੁਰ ਵਿੱਚ ਟਹਿਲ ਸਿੰਘ ਨੂੰ ਬੜੇ ਰੋਸ ਜਿਹੇ ਨਾਲ ਸੰਤ ਜੀ ਨੇ ਆਖਿਆ, ਸੰਤ ਟਹਿਲ ਸਿੰਘਾ, ਤੂੰ ਸਾਡਾ ਇਤਬਾਰੀ ਅਤੇ ਪਿਆਰਾ ਸੇਵਕ ਹੋ ਕੇ ਚੰਗੀ ਕਰਤੂਤ ਨਹੀਂ ਕੀਤੀ। ਤੇਰੇ ਕਾਰਨ ਡੇਰੇ ਦੀ ਬਦਨਾਮੀ ਖਿਲਰੇ ਤਾਂ ਕਿੱਡੇ ਸ਼ਰਮ ਦੀ ਗੱਲ ਹੈ। ਅਸੀਂ ਭਾਵੇਂ ਭੁੱਖੇ ਮਰ ਜਾਈਏ, ਪਰ ਅੱਜ ਤੋਂ ਤੂੰ ਨਾ ਸਾਡਾ ਪ੍ਰਸ਼ਾਦ ਤਿਆਰ ਕਰਨਾ ਹੈ, ਨਾ ਹੀ ਸਾਡੇ ਨੇੜੇ ਆਉਣਾ ਹੈ। ਡੇਰੇ ਤੋਂ ਆਪਣੇ ਥਾਂ ਹੋਰ ਪਾਠੀ ਮੰਗਾ ਕੇ ਤੂੰ ਆਪ ਇੱਥੋਂ ਚਲਿਆ ਜਾ। ਅਸਾਂ ਸਰਦਾਰ ਝੰਡਾ ਸਿੰਘ ਨੂੰ ਪੁੱਤਰ ਵਾਲਾ ਬਣਾਉਣ ਦਾ ਜਿਹੜਾ ਬਚਨ ਕੀਤਾ ਹੈ, ਉਹ ਹਰ ਹੀਲੇ ਪੂਰਾ ਕਰਨਾ ਹੈ, ਭਾਵੇਂ ਸਾਡੀ ਜਾਨ ਨੂੰ ਖਤਰਾ ਆ ਬਣੇ, ਪਰ ਤੇਰੇ ਹੱਥ ਦਾ ਪਾਣੀ ਵੀ ਨਹੀਂ ਪੀਣਾ। ਟਹਿਲ ਸਿੰਘ, ਸੰਤ ਜੀ, ਜੇ ਤਾਂ ਬੀਬੀ ਸ਼ਾਮੋ ਵੱਲੋਂ ਇਹ ਸ਼ਿਕਾਇਤ ਪੁੱਜੀ ਹੈ ਕਿ ਦਾਸ ਨੇ ਬੀਬੀ ਦੀ ਪਿੱਠ ਨੂੰ ਹੱਥ ਲਾਇਆ ਸੀ, ਤਾਂ ਇਹ ਦਾਸ ਨਾਲ ਵਧੀਕੀ ਹੈ। ਛੋਟਾ ਭਰਾ ਵੱਡੀ ਭੈਣ ਨਾਲ ਰਸੋਈ ਵਿੱਚ ਕੰਮ ਕਰਦਾ ਹੋਵੇ ਤਾਂ ਭੈਣ ਭਰਾ ਦੀਆਂ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਅਤੇ ਹਾਸੇ ਠੱਠੇ ਹੋ ਜਾਂਦੇ ਹਨ। ਕਦੇ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ। ਖੈਰ, ਭੈਣ ਜੀ ਦੀ ਖੁਸ਼ੀ ਸਾਡੇ ਹੁੰਦਿਆਂ ਭਲਾ ਤੁਸੀਂ ਭੁੱਖੇ ਕਿਉਂ ਰਹੋ।
ਸਬੱਬ ਨਾਲ ਬੀਬੀ ਪ੍ਰੀਤਮ ਕੌਰ ਜੀ ਵੀ ਆਏ ਹੋਏ ਨੇ। ਉਹਨਾਂ ਦੀ ਵੀ ਪੂਰੀ ਸ਼ੁੱਧੀ ਹੋ ਹੀ ਚੁੱਕੀ ਹੈ। ਉਹਨਾਂ ਨੂੰ ਬੁਲਾ ਕੇ ਪੁੱਛ ਲੈਂਦੇ ਹਾਂ। ਜੇ ਉਹ ਅਟਕ ਸਕਣ ਤਾਂ ਤੁਹਾਡਾ ਪ੍ਰਸ਼ਾਦਾ ਵੀ ਸੋਹਣਾ ਬਣਦਾ ਰਹੂ ਅਤੇ ਨਾਲੇ ਭੈਣ ਸ਼ਾਮ ਕੌਰ ਦਾ ਦਿਲ ਵੀ ਲੱਗਾ ਰਹੂ। ਸੰਤਾਂ ਦੇ ਕਹਿਣ 'ਤੇ ਜੀਵਨ ਸਿੰਘ ਬੀਬੀ ਪ੍ਰੀਤੋ ਨੂੰ ਬੁਲਾ ਲਿਆਇਆ। ਸੰਤ: ਬੀਬੀ ਪ੍ਰੀਤਮ ਕੌਰ ਜੀ, ਕੀ ਤੁਸੀਂ ਸਾਡੇ ਪ੍ਰਸ਼ਾਦੇ ਦੀ ਸੇਵਾ ਲਈ ਕੁਝ ਦਿਨ ਅਟਕ ਸਕਦੇ ਹੋ? ਪ੍ਰੀਤੋ: ਸੱਚੇ ਪਾਤਸ਼ਾਹੋ, ਇਸ ਨਿਮਾਣੀ ਦਾ ਤਨ ਮਨ ਧਨ ਸਭ ਆਪ ਜੀ ਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਪੰਨਾ 918। ਆਪ ਜਿਹੇ ਸੰਤ ਮਹਾਂਪੁਰਖਾਂ ਦੀ ਸੇਵਾ ਗੁਰੂ ਨਾਨਕ ਦੀ ਸੇਵਾ ਹੈ। ਮੈਂ ਬੜੀ ਕਰਮਾਂ ਵਾਲੀ ਹਾਂ ਜੋ ਆਪ ਜੀ ਨੇ ਇਸ ਸੇਵਾ ਯੋਗ ਸਮਝਿਆ ਹੈ। ਜਿੰਨੇ ਦਿਨ ਹੁਕਮ ਕਰੋ ਸੇਵਾ ਨਿਭਾ ਕੇ ਆਪਣਾ ਜੀਵਨ ਸਫਲਾ ਕਰਾਂਗੀ। ਸੰਤ: ਸਰਦਾਰ ਝੰਡਾ ਸਿੰਘ ਜੀ, ਆਪ ਜੀ ਦਾ ਮਸਲਾ ਅਜੇ ਹੱਲ ਹੋਇਆ ਕਿ ਨਹੀਂ? ਸੰਤਾਂ ਦੇ ਮੂੰਹੋਂ ਪੁੱਤਰ ਦੀ ਦਾਤ ਦੇ ਕੇ ਹੀ ਜਾਣ ਵਾਲੇ ਬਚਨਾਂ ਕਾਰਨ ਉਸ ਦੇ ਅੰਦਰ ਪੁੱਤਰ ਪ੍ਰਾਪਤੀ ਵਾਲੀ ਭਾਵਨਾ ਮੁੜ ਏਡੀ ਪ੍ਰਬਲ ਹੋ ਚੁੱਕੀ ਸੀ ਕਿ ਉਹ ਉਸ ਸਮੇਂ ਹੀ ਸੰਤਾਂ ਦੇ ਚਰਨ ਫੜ ਕੇ ਮਾਫੀ ਮੰਗਣ ਨੂੰ ਤਿਆਰ ਸੀ। ਫਿਰ ਟਹਿਲ ਸਿੰਘ ਦੀ ਨਿਮਰਤਾ ਅਤੇ ਗੱਲ-ਗੱਲ 'ਤੇ ਛਾਮੋਂ ਨੂੰ ਵੱਡੀ ਭੈਣ ਕਹਿੰਦਾ ਸੁਣ ਕੇ ਭੋਲਾ ਸਰਦਾਰ ਪਛਤਾਵੇ ਕਾਰਨ ਬਿਲਕੁਲ ਹੀ ਮਰਨ ਕੰਢੇ ਜਾ ਪੁੱਜਾ ਸੀ। ਸੋ ਝੰਡਾ ਸਿੰਘ ਝੱਟ ਸੰਤਾਂ ਦੇ ਚਰਨਾਂ 'ਤੇ ਢਹਿ ਪਿਆ ਅਤੇ ਇਉਂ ਗਿੜਗੜਾਇਆ, ਸੰਤ ਜੀ ਬਖਸ਼ ਲਵੋ, ਉਸ ਮੂਰਖ ਜਨਾਨੀ ਦਾ ਸਿਰ ਹਿੱਲਿਆ ਹੋਇਆ ਲੱਗਦਾ ਹੈ। ਮੈਂ ਉਸ ਨੂੰ ਸਮਝਾਉਂਦਾ ਹਾਂ, ਤੁਸੀਂ ਟਹਿਲ ਸਿੰਘ ਦੀ ਹੀ ਸੇਵਾ ਲੱਗੀ ਰਹਿਣ ਦਿਓ ਜੀ। ਸਾਰੀ ਸਕੀਮ ਤਾਂ ਬਣਾਈ ਹੀ ਸੰਤ ਨੇ ਸੀ। ਉਹ ਸਮਝਦਾ ਸੀ ਕਿ ਜਿਹੜਾ ਕੰਮ ਪ੍ਰੀਤੋ ਨੇ ਕਰ ਵਿਖਾਉਣਾ ਹੈ ਉਹ ਟਹਿਲ ਸਿੰਘ ਕੋਲੋਂ ਕਿੱਥੇ ਸਰਨਾ ਹੈ। ਸੰਤ: ਭਾਈ ਝੰਡਾ ਸਿੰਘ ਜੀ, ਬੀਬੀ ਸ਼ਾਮ ਕੌਰ ਜੀ ਦੀ ਕੋਈ ਭੁੱਲ ਨਹੀਂ ਹੈ। ਜੇ ਬੀਬੀਆਂ ਓਪਰੇ ਆਦਮੀ ਨੂੰ ਭਰਾ ਸਮਝ ਕੇ ਉਸ ਨਾਲ ਝੱਟ-ਪੱਟ ਖੁੱਲ੍ਹ ਜਾਇਆ ਕਰਨ ਤਾਂ ਗਲਤ ਭਾਣੇ ਵਰਤ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ। ਗਲਤੀ ਟਹਿਲ ਸਿੰਘ ਦੀ ਹੈ। ਅਜੇ 2 ਦਿਨ ਆਏ ਨੂੰ ਹੋਏ ਨਹੀਂ ਤੇ ਭੈਣ ਭਰਾ ਵਾਲਾ ਮਾਣ ਪਹਿਲਾਂ ਹੀ ਬਣਾ ਬੈਠਾ। ਅੱਗੇ ਤੋਂ ਬੀਬੀ ਪ੍ਰੀਤੋ ਹੀ ਰਸੋਈ ਵਿੱਚ ਰਹੇ ਤਾਂ ਚੰਗਾ ਹੈ। ਜੋ ਗੁਰੂ ਕਰਦਾ ਹੈ ਠੀਕ ਹੀ ਹੁੰਦਾ ਹੈ। ਤੁਸੀਂ ਕੋਈ ਦੁੱਖ ਨਾ ਮਨਾਓ। ਫਿਰ ਸੰਤਾਂ ਨੇ ਝੰਡਾ ਸਿੰਘ ਨੂੰ ਆਪ ਫੜ ਕੇ ਉਠਾਇਆ ਅਤੇ ਆਪਣੇ ਗਲ ਨਾਲ ਲਾ ਕੇ ਨਿਹਾਲ ਕਰ ਦਿੱਤਾ। ਸਾਰੇ ਜਣੇ ਨਮਸਕਾਰ ਕਰਕੇ ਬਾਹਰ ਆ ਗਏ। ਫਤਿਹ ਬੁਲਾਉਣ ਵਾਲਾ ਤੇ ਵਿਖਾਵੇ ਦਾ ਬੰਧਨ ਹੁੰਦਾ ਹੈ। ਅਜਿਹੇ ਡੇਰੇਦਾਰ ਦੀ ਆਤਮਾ ਨਮਸਕਾਰ ਨਾਲ ਹੀ ਠਰਦੀ ਹੈ। ਸਰਦਾਰ ਝੰਡਾ ਸਿੰਘ ਸਿੱਧਾ ਬੈਠਕ ਵਿੱਚ ਗਿਆ ਅਤੇ ਆਵਾਜ਼ ਮਾਰ ਕੇ ਸ਼ਾਮੋਂ ਨੂੰ ਉੱਥੇ ਹੀ ਬੁਲਾ ਲਿਆ। ਦਰਵਾਜ਼ਾ ਬੰਦ ਕਰਕੇ ਸ਼ਾਮੋਂ ਨੂੰ ਸਮਝਾਇਆ ਕਿ ਸੰਤ ਤਾਂ ਹਨ ਹੀ ਬੜੇ ਦਿਆਲੂ, ਨਹੀਂ ਤਾਂ ਤੇਰੇ ਭਰਮੀ ਸੁਭਾਅ ਨੇ ਕਾਸੇ ਜੋਗਾ ਨਹੀਂ ਸੀ ਛੱਡਿਆ। ਟਹਿਲ ਸਿੰਘ ਵੀ ਕਹਿੰਦਾ ਸੀ ਕਿ ਉਸ ਨੇ ਬੀਬੀ ਨੂੰ ਆਪਣੀ ਵੱਡੀ ਅਤੇ ਸਕੀ ਭੈਣ ਸਮਝ ਕੇ ਭੈਣ ਭਰਾਵਾਂ ਵਾਂਗ ਹੱਥ ਲਾਇਆ ਸੀ। ਫਿਰ ਅੰਦਰ ਹੋਈ ਗੱਲ ਦਾ ਅਸਰ ਜੋ ਉਸ ਨੇ ਕਬੂਲਿਆ ਸੀ ਸਾਰਾ ਸ਼ਾਮੋਂ ਨੂੰ ਸਮਝਾਇਆ ਅਤੇ ਦੱਸਿਆ ਕਿ ਉਸ ਦੇ ਕਹਿਣ 'ਤੇ ਵੀ ਸੰਤਾਂ ਨੇ ਟਹਿਲ ਸਿੰਘ ਨੂੰ ਰਸੋਈ ਵਿੱਚ ਵੜਨੋਂ ਰੋਕ ਦਿੱਤਾ ਹੈ। ਬੀਬੀ ਪ੍ਰੀਤੋ ਇੱਥੇ ਰਹਿਣਾ ਮੰਨ ਗਈ ਹੈ। ਅੱਗੇ ਤੋਂ ਸੰਤਾਂ ਦਾ ਭੋਜਨ ਉਹ ਤਿਆਰ ਕਰਿਆ ਕਰੇਗੀ। ਬੀਬੀ ਸ਼ਾਮੋਂ ਆਪਣੇ ਪਤੀ ਵੱਲੋਂ ਟਹਿਲ ਸਿੰਘ ਦੀ ਗੱਲ 'ਤੇ ਕੀਤੇ ਭਰੋਸੇ ਤੋਂ ਦੁਖੀ ਹੋਈ ਸੀ, ਕਿਉਂਕਿ ਸ਼ਾਮੋਂ ਚੰਗੀ ਤਰ੍ਹਾਂ ਸਮਝਦੀ ਸੀ ਕਿ ਟਹਿਲ ਸਿੰਘ ਦਾ ਇਹ ਕਹਿਣਾ ਕਿ ਉਹ ਸਕੇ ਭੈਣ ਭਰਾਵਾਂ ਵਾਂਗ ਛੇੜਾਂ ਕਰਦਾ ਸੀ ਕੋਰਾ ਝੂਠ ਅਤੇ ਚਲਾਕੀ ਸੀ। ਪਰ ਉਸ ਦਾ ਇਹ ਦੁੱਖ ਖੁਸ਼ੀ ਵਿੱਚ ਬਦਲ ਗਿਆ ਜਦ ਉਸ ਨੇ ਪ੍ਰੀਤੋ 'ਤੇ ਰਹਿਣ ਬਾਰੇ ਸੁਣ ਲਿਆ। ਹੁਣ ਪ੍ਰੀਤੋ ਸਾਰਾ ਦਿਨ ਸ਼ਾਮੋਂ ਦੇ ਕੋਲ ਹੀ ਰਹਿੰਦੀ। ਉਹੀ ਸੰਤਾਂ ਵਾਸਤੇ ਭੋਜਨ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੀ ਸੀ। ਹਰ ਵੇਲੇ ਸ਼ਾਮੋਂ ਨੂੰ ਸੰਤਾਂ ਦੀ ਸੇਵਾ ਨਾਲ ਮਿਲਦੇ ਅਨੇਕ ਫਲਾਂ ਬਾਰੇ ਮਨ ਘੜਤ ਗੱਲਾਂ ਸੁਣਾਉਂਦੀ ਰਹਿੰਦੀ। ਸ਼ਾਮੋਂ ਵੀ ਸੰਤਾਂ ਦੀ ਮਹਿਮਾ ਕਰਦੀ ਅਤੇ ਸੁਣਦੀ ਰੱਜਦੀ ਨਹੀਂ ਸੀ। ਪਰ ਗੱਲਾਂ-ਗੱਲਾਂ ਵਿੱਚ ਜਦੋਂ ਵੀ ਸ਼ਾਮੋਂ ਨੇ ਸੰਤਾਂ ਦੀ ਸੇਵਾ ਦਾ ਮੌਕਾ ਲੈ ਦੇਣ ਲਈ ਕਹਿਣਾ ਤਾਂ ਪ੍ਰੀਤੋ ਗੱਲ ਟਾਲ ਜਾਂਦੀ। ਇੱਕ ਦਿਨ ਜਦ ਪ੍ਰੀਤੋ ਸੰਤਾਂ ਦੀ ਸੇਵਾ ਦੇ ਅਨੇਕ ਫਲਾਂ ਵਾਲੀ ਚਰਚਾ ਕਰ ਰਹੀ ਸੀ ਤਾਂ ਸ਼ਾਮੋਂ ਨੇ ਜ਼ਰਾ ਛਿੱਬੇ ਜੇ ਪੈ ਕੇ ਕਿਹਾ, ਸ਼ਾਮੋਂ, ਬੀਬੀ ਪ੍ਰੀਤੋ, ਪਹਿਲਾਂ ਮੈਂ ਇਹ ਮੰਨੀ ਬੈਠੀ ਸਾਂ ਕਿ ਤੀਵੀਆਂ ਨੂੰ ਤਾਂ ਸੰਤ ਕੁਟੀਆ ਦੇ ਨੇੜੇ ਵੀ ਨਹੀਂ ਆਉਣ ਦਿੰਦੇ। ਮੈਂ ਆਪਣੇ ਹੱਥਾਂ ਨਾਲ ਉਹਨਾਂ ਦੀ ਕੋਈ ਸੇਵਾ ਕਿਵੇਂ ਕਰ ਸਕਦੀ ਹਾਂ। ਇਹੋ ਝੋਰਾ ਲੱਗਾ ਰਹਿੰਦਾ ਸੀ ਕਿ ਘਰ ਆਏ ਭਗਵਾਨ ਦੀ
ਆਪਣੇ ਹੱਥੀਂ ਪ੍ਰਸ਼ਾਦ ਤਿਆਰ ਕਰਕੇ ਛਕਾਉਣ ਵਾਲੀ ਮੇਰੀ ਸੱਧਰ ਕਦੇ ਵੀ ਪੂਰੀ ਨਹੀਂ ਹੋ ਸਕਣੀ। ਪਰ ਹੁਣ ਜਦ ਮੈਂ ਤੈਨੂੰ ਸਾਰੀ ਸੇਵਾ ਕਰਦੀ ਨੂੰ ਵੇਖਦੀ ਹਾਂ ਤਾਂ ਇਹ ਸਮਝ ਨਹੀਂ ਆਉਂਦੀ ਕਿ ਮੈਂ ਸੰਤਾਂ ਦੀ ਸੇਵਾ ਕਿਉਂ ਨਹੀਂ ਕਰ ਸਕਦੀ। ਮੈਂ ਤੈਨੂੰ ਕਈ ਵਾਰੀ ਸੰਤਾਂ ਦੀ ਸੇਵਾ ਲੈ ਦੇਣ ਲਈ ਕਿਹਾ ਹੈ, ਪਰ ਤੂੰ ਹਰ ਵਾਰੀ ਗੱਲ ਹੋਰ ਪਾਸੇ ਲੈ ਜਾਂਦੀ ਹੈ। ਤੂੰ ਹੀ ਮੈਨੂੰ ਸੰਤਾਂ ਦੀ ਦੱਸ ਭਾਈ। ਹੁਣ ਤੂੰ ਹੀ ਮੇਰੀ ਸਹਾਇਤਾ ਨਾ ਕਰੇ ਤਾਂ ਮੇਰਾ ਮਨ ਦੁਖੀ ਹੋਵੇ ਕਿ ਨਾ। ਪ੍ਰੀਤੋ, ਭੈਣ ਸ਼ਾਮੋ, ਮੈਂ 100 ਵਾਰੀ ਕਹਿਣ ਨੂੰ ਤਿਆਰ ਹਾਂ, ਪਰ ਤੂੰ ਨਾ ਸੰਤਾਂ ਦਾ ਅੰਮ੍ਰਿਤ ਛਕਿਆ ਹੈ, ਨਾ ਹੀ ਸੰਤਾਂ ਲਈ ਪ੍ਰਸ਼ਾਦ ਤਿਆਰ ਕਰਨ ਜੋਗਾ ਬਣਾਉਣ ਵਾਲੀ ਸ਼ੁੱਧੀ ਹੀ ਕਰਵਾਈ ਹੈ। ਇਸ ਲਈ ਤੇਰੇ ਬਾਰੇ ਮੈਂ ਗੱਲ ਕਿਵੇਂ ਤੋਰ ਸਕਦੀ ਹਾਂ। ਮੈਂ ਪਹਿਲਾਂ ਸੰਤ ਦਾ ਅੰਮ੍ਰਿਤ ਛਕਿਆ, ਫਿਰ ਸੰਤਾਂ ਕੋਲੋਂ ਹੀ ਆਪਣੀ ਸ਼ੁੱਧੀ ਕਰਵਾਈ, ਤਾਂ ਜਾ ਕੇ ਮੈਨੂੰ ਸੇਵਾ ਦੀ ਪਦਵੀ ਮਿਲੀ ਸੀ। ਸ਼ਾਮੋ, ਕੀ ਮੈਂ ਅੰਮ੍ਰਿਤ ਨਹੀਂ ਛਕ ਸਕਦੀ? ਕੀ ਇਹ ਚੰਦਰੀ ਸ਼ੁੱਧੀ ਮੇਰੇ ਨੇੜੇ ਨਹੀਂ ਲੱਗ ਸਕਦੀ? ਪ੍ਰੀਤੋ ਭੈਣਾ, ਇਹ ਕੰਮ ਬੜਾ ਕਠਿਨ ਹੈ, ਪਰ ਜੇ ਤੈਨੂੰ ਬੜੀ ਸ਼ਰਧਾ ਹੈ ਤਾਂ ਮੈਂ ਕਦੇ ਮੌਕਾ ਤਾੜ ਕੇ ਸੰਤਾਂ ਨਾਲ ਗੱਲ ਤੋਰ ਵੇਖਾਂਗੀ। ਸ਼ਾਮੋ ਤਰਲਾ ਲਾ ਕੇ, ਬੀਬੀ ਭੈਣ, ਮੇਰਾ ਇਹ ਕੰਮ ਜ਼ਰੂਰ ਕਰ ਦੇ। ਉਸ ਦਿਨ ਪ੍ਰੀਤੋ ਨੇ ਸੰਤਾਂ ਨੂੰ ਸ਼ਾਮੋ ਦੇ ਮਨ ਵਿੱਚ ਉਪਜੀ ਸੇਵਾ ਦੀ ਸੱਧਰ ਦਾ ਹਾਲ ਦੱਸਦਿਆਂ ਉਸ ਦੀ ਸ਼ੁੱਧੀ ਦੀ ਗੱਲ ਛੇੜੀ। ਪ੍ਰੀਤੋ ਕੋਲੋਂ ਸ਼ਾਮੋ ਦੇ ਅੰਦਰ ਜਾਗ ਰਹੀ ਸੇਵਾ ਬਾਰੇ ਬੇਬਲਤਾ ਦੀ ਗੱਲ ਸੁਣ ਕੇ ਸੰਤ ਖਿੜ ਗਿਆ ਅਤੇ ਖੁਸ਼ੀ ਨਾਲ ਪ੍ਰੀਤੋ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਡੂੰਘਾ ਪਿਆਰ ਕੀਤਾ। ਫਿਰ ਇਸ ਤਜਰਬੇਕਾਰ ਖਿਡਾਰੀ ਨੇ ਪ੍ਰੀਤੋ ਨੂੰ ਇਉਂ ਸਮਝਾਇਆ, ਸੰਤ ਮੇਰੀ ਪਿਆਰੀ ਪ੍ਰੀਤੀਏ, ਸ਼ਾਮੋ ਬੜੀ ਅਥਰੀ ਵਸ਼ੇਰੀ ਹੈ, ਛੇਤੀ ਨਾਲ ਕਾਠੀ ਨਹੀਂ ਪੈਣੀ। ਕਾਹਲ ਕੀਤਿਆਂ ਸਾਰੀ ਖੇਡ ਵਿਗੜ ਜਾਣ ਦਾ ਖਤਰਾ ਹੈ। ਤੂੰ ਅਜੇ ਤੇਲ ਪਾਈ ਰੱਖ, ਜਦੋਂ ਤੀਲੀ ਲਾਉਣ ਦਾ ਠੀਕ ਸਮਾਂ ਆਇਆ ਮੈਂ ਆਪੇ ਤੈਨੂੰ ਦੱਸ ਦਿਆਂਗਾ। ਕੁਝ ਦਿਨ ਹੋਰ ਲੰਘ ਗਏ। ਸਹਿਜ ਪਾਠ ਦੇ ਭੋਗ ਦਾ ਦਿਨ ਸੀ। ਸੰਤਾਂ ਦੇ ਦਰਸ਼ਨਾਂ ਵਾਸਤੇ ਸੰਗਤਾਂ ਤਾਂ ਸਮਾਂ ਭਾਲਦੀਆਂ ਸਨ। ਭੋਗ 'ਤੇ ਕਾਫੀ ਇਕੱਠ ਹੋ ਗਿਆ। ਬੀਬੀ ਨਿਰਮਲ ਕੌਰ ਵੀ ਆਈ, ਪਰ ਸਰਦਾਰ ਗੁਰਦਿਆਲ ਸਿੰਘ ਨਾ ਆਇਆ। ਭਾਈ ਜੀਵਨ ਸਿੰਘ ਅਤੇ ਭਾਈ ਨਾਹਰ ਸਿੰਘ ਨੇ ਰਲ ਕੇ ਭੋਗ ਦੇ ਸਲੋਕ ਪੜ੍ਹੇ, ਫਿਰ ਪੂਰਾ ਆਨੰਦ ਸਾਹਿਬ ਪੜ੍ਹਿਆ, ਫਿਰ ਜਪਜੀ ਸਾਹਿਬ ਪੜ੍ਹਿਆ। ਕੁੰਭ, ਨਲੇਰ, ਧੂਪ ਆਦਿ ਦੀ ਮਰਜ਼ਾਦਾ ਪੂਰੀ ਵਿਧੀ ਨਾਲ ਕੀਤੀ ਹੋਈ ਸੀ। ਫਿਰ ਥਾਲੀ ਵਿੱਚ ਖਾਲਸ ਘਿਓ ਦੇ ਦੀਵੇ ਜਗਾ ਕੇ ਥਾਲੀ ਸੰਤਾਂ ਨੇ ਆਪ ਫੜੀ ਅਤੇ ਸਾਰੇ ਸੇਵਾਦਾਰਾਂ ਨੇ ਰਲ ਕੇ ਆਰਤੀ ਵਾਲੇ ਸ਼ਬਦ ਪੜ੍ਹਦਿਆਂ ਮਹਾਰਾਜ ਦੀ ਆਰਤੀ ਕੀਤੀ। ਫੁੱਲਾਂ ਦੀ ਵਰਖਾ ਕੀਤੀ ਗਈ। ਅਰਦਾਸ ਕਰਕੇ ਮੁੱਖ ਵਾਕ ਲੈਣ ਪਿੱਛੋਂ ਸੰਤਾਂ ਨੇ ਜਪਜੀ ਸਾਹਿਬ ਦੇ ਪਾਠ ਨਾਲ ਸੰਪੜ ਪਾਠ ਦਾ ਉਦਘਾਟਨ ਕਰ ਦਿੱਤਾ। ਡੇਰੇ ਦੇ ਸਿੰਘਾਂ ਨੇ ਮਨੋਹਰ ਕੀਰਤਨ ਕੀਤਾ। ਫਿਰ ਸੰਤਾਂ ਦਾ ਭਾਸ਼ਣ ਹੋਇਆ, ਜਿਨ੍ਹਾਂ ਦਾ ਬਹੁਤਾ ਜ਼ੋਰ ਸੇਵਾ ਕਰਨ ਦੇ ਫਲ ਦੱਸਣ 'ਤੇ ਹੀ ਸੀ। ਭਲ ਕੇ ਉੱਠ ਪਰਹੁਣਾ ਮੇਰੇ ਘਰ ਆਵੋ, ਪਾਉ ਪਖਾਲਾਂ ਤਿਸ ਕੇ, ਮਨ ਤਨ ਨਿਤ ਪਾਮ। ਪੰਨਾ 318। ਇਹ ਤੁਕ ਪੜ੍ਹ ਕੇ ਸੰਤ ਪ੍ਰਾਹੁਣਿਆਂ ਦੀ ਸੇਵਾ ਵਿੱਚ ਤਨ ਮਨ ਸਭ ਸੌਂਪ ਕੇ ਦਿਲੀ ਸ਼ਰਧਾ ਅਤੇ ਪਿਆਰ ਨਾਲ ਸੇਵਾ ਕਰਨ ਦੇ ਅਨੇਕ ਫਲ ਮਿਲਦੇ ਦੱਸੇ ਅਤੇ ਸੰਤਾਂ ਦੀ ਮਹਿਮਾ ਉੱਤੇ ਪੂਰਾ ਭਰੋਸਾ ਰੱਖਣ ਦਾ ਬੜਾ ਜ਼ੋਰਦਾਰ ਉਪਦੇਸ਼ ਦਿੱਤਾ ਅਤੇ ਫਰਮਾਨ ਕੀਤਾ ਕਿ ਜਿਹੜੇ ਹੱਥ ਸੇਵਾ ਨਹੀਂ ਕਰ ਸਕਦੇ ਉਹਨਾਂ ਨੂੰ ਸਤਿਗੁਰਾਂ ਨੇ ਵੱਡੇ ਮੰਦਭਾਗੇ ਦੱਸਿਆ। ਸਰਦਾਰ ਝੰਡਾ ਸਿੰਘ ਦੀ ਉਸਤਤੀ ਕੀਤੀ, ਪਰ ਬੀਬੀ ਸ਼ਾਮੋ ਨੂੰ ਢੰਗ ਨਾਲ ਨਿਕਰਮਣ ਸਾਬਤ ਕੀਤਾ। ਸੰਤਾਂ ਨੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਤਾਂ ਕਈ ਸ਼ਰਧਾਲੂਆਂ ਨੇ ਸੰਤਾਂ ਦੇ ਹੱਥੋਂ ਅੰਮ੍ਰਿਤ ਪਾਨ ਕਰਨ ਲਈ ਨਾਮ ਲਿਖਾਏ। ਅੰਮ੍ਰਿਤ ਪ੍ਰਚਾਰ ਸੰਪੜ ਪਾਠ ਦੇ ਭੋਗ ਵਾਲੇ ਦਿਨ ਹੋਣਾ ਮਿਥਿਆ ਗਿਆ। ਸੰਤਾਂ ਦੀ ਸੇਵਾ ਕਰ ਸਕਣ ਦੇ ਅਧਿਕਾਰੀ ਹੋਣ ਲਈ ਸ਼ੁੱਧੀ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਦੱਸਿਆ। ਸੰਤਾਂ ਨੇ ਇਹ ਵੀ ਸਮਝਾ ਦਿੱਤਾ ਕਿ ਸ਼ੁੱਧੀ ਅੰਮ੍ਰਿਤ ਦੂਜੇ ਅੰਮ੍ਰਿਤ ਵਾਂਗ ਇਸਤਰੀਆਂ ਵੀ ਛਕ ਸਕਦੀਆਂ ਹਨ। ਆਨੰਦ ਸਾਹਿਬ ਦੀ ਬਾਣੀ ਦਾ ਗਾਇਨ ਕੀਤਾ ਅਤੇ ਸਮਾਪਤੀ ਦੇ ਅਰਦਾਸੇ ਪਿੱਛੋਂ ਪ੍ਰਸ਼ਾਦ ਵਰਤਿਆ। ਸੰਗਤਾਂ ਵਾਸਤੇ ਅਟੁੱਟ ਲੰਗਰ ਤਿਆਰ ਸੀ। ਸਾਰੀ ਸੰਗਤ ਨੇ ਲੰਗਰ ਛਕਿਆ। ਸੰਤ ਜੀ ਨੇ ਆਪਣਾ ਪ੍ਰਸ਼ਾਦਾ ਛਕਣ ਲਈ ਸੰਤ ਕੁਟੀਆ ਵਿੱਚ ਜਾ ਆਸਣ ਜਮਾਇਆ। ਬੀਬੀ ਨਿਰਮਲ ਕੌਰ ਨੂੰ ਭਾਈ ਗਿਆਨ ਸਿੰਘ ਅਤੇ ਭਾਈ ਈਸ਼ਰ ਸਿੰਘ ਜੀ ਬੜੇ ਪਿਆਰ ਅਤੇ ਸਤਿਕਾਰ ਨਾਲ ਮਿਲੇ ਅਤੇ ਗੁਰਦਿਆਲ ਸਿੰਘ ਬਾਰੇ ਸੁੱਖ ਸਾਂਦ ਪੁੱਛੀ। ਬੀਬੀ ਜੀ ਨੇ ਵੀ ਦੱਸਿਆ ਕਿ ਗੁਰਦਿਆਲ ਸਿੰਘ ਉਹਨਾਂ ਨੂੰ ਬੜਾ ਯਾਦ ਕਰਦਾ ਸੀ ਅਤੇ ਫਤਿਹ ਬੁਲਾਉਂਦਾ ਸੀ ਅਤੇ ਕਿਹਾ ਕਿ ਨਾਲੇ ਮੈਨੂੰ ਤਾਕੀਦ ਕਰਦਾ ਸੀ ਕਿ ਮੈਂ ਤੁਹਾਡੇ ਕੋਲੋਂ
ਇਥੋਂ ਦੀ ਸੁੱਖ ਸਾਂਦ ਦੀ ਗੱਲ ਉਚੇਚੇ ਤੌਰ 'ਤੇ ਪੁੱਛਾਂ। ਤਿੰਨੇ ਜਣੇ ਗੁਰਦਿਆਲ ਸਿੰਘ ਵਾਲੇ ਕਮਰੇ ਵਿੱਚ ਚਲੇ ਗਏ। ਉੱਥੇ ਜਾ ਕੇ ਭਾਈ ਗਿਆਨ ਸਿੰਘ ਨੇ ਬੀਬੀ ਨਿਰਮਲ ਕੌਰ ਨੂੰ ਦੱਸਿਆ। ਗਿਆਨ ਸਿੰਘ: ਬੀਬੀ ਜੀ, ਪਤਾ ਨਹੀਂ ਕੀ ਭਾਣਾ ਵਰਤਿਆ ਕਿ ਸਰਦਾਰ ਗੁਰਦਿਆਲ ਸਿੰਘ ਦੇ ਜਾਂਦਿਆਂ ਹੀ ਸੰਤਾਂ ਨੇ ਟਹਿਲ ਸਿੰਘ ਦੀ ਸੇਵਾ ਹਟਾ ਕੇ ਆਪਣੇ ਪ੍ਰਸ਼ਾਦੇ ਦੀ ਸੇਵਾ ਬੀਬੀ ਪ੍ਰੀਤੋ ਨੂੰ ਸੌਂਪ ਦਿੱਤੀ ਹੈ। ਬੀਬੀ: ਸੰਤ ਤਾਂ ਕਿਸੇ ਬੀਬੀ ਨੂੰ ਕੁਟੀਆ ਦੇ ਨੇੜੇ ਨਹੀਂ ਸਨ ਆਉਣ ਦਿੰਦੇ, ਫਿਰ ਇਹ ਨਵੀਂ ਖੇਡ ਕੀ ਰਚਾਈ ਗਈ ਹੈ? ਗਿਆਨ ਸਿੰਘ: ਸੰਤ ਜੀ ਦਾ ਤੁਸਾਂ ਭਾਸ਼ਣ ਸੁਣ ਹੀ ਲਿਆ ਕਿ ਉਚੇਚੀ ਸ਼ੁੱਧੀ ਕਰਾ ਕੇ ਜੀਵ ਸੇਵਾ ਕਰ ਸਕਦਾ ਹੈ। ਸੋ ਬੀਬੀ ਪ੍ਰੀਤੋ ਨੇ ਸ਼ੁੱਧੀ ਕਰਾ ਲਈ ਹੋਣੀ ਹੈ ਅਤੇ ਸ਼ਾਇਦ ਉਹੀ ਸ਼ੁੱਧੀ ਕਰਾ ਲੈਣ ਦੀ ਪ੍ਰੇਰਨਾ ਬੀਬੀ ਸ਼ਾਮ ਕੌਰ ਨੂੰ ਦਿੱਤੀ ਜਾ ਰਹੀ ਹੋਵੇ। ਬੀਬੀ: ਭਾਈ ਸਾਹਿਬ, ਇਹ ਸ਼ੁੱਧੀ ਕੀ ਹੁੰਦੀ ਹੈ? ਅੰਮ੍ਰਿਤ ਤਾਂ ਅਸਾਂ ਵੀ ਅਕਾਲ ਤਖਤ ਸਾਹਿਬ ਤੋਂ ਛਕਿਆ ਹੈ, ਉੱਥੇ ਅਸਾਂ ਕਿਸੇ ਸ਼ੁੱਧੀ ਦੀ ਗੱਲ ਨਹੀਂ ਸੁਣੀ। ਗਿਆਨ ਸਿੰਘ: ਸ਼ੁੱਧੀ ਦਾ ਸਾਨੂੰ ਵੀ ਕੋਈ ਪਤਾ ਨਹੀਂ। ਵਿਚਾਰਨ ਵਾਲੀ ਗੱਲ ਇਹ ਹੈ ਕਿ ਸਰਦਾਰ ਝੰਡਾ ਸਿੰਘ ਦੀ ਡਾਕਟਰੀ ਸੰਤ ਨੇ ਆਪਣੇ ਕਿਸੇ ਅੰਮ੍ਰਿਤਸਰੀਏ ਡਾਕਟਰ ਕੋਲੋਂ ਕਰਾਈ ਸੀ ਅਤੇ ਜਿਸ ਦਿਨ ਦੀ ਡਾਕਟਰੀ ਰਿਪੋਰਟ ਨਾਹਰ ਸਿੰਘ ਲਿਆਇਆ ਹੈ, ਉਸ ਦਿਨ ਤੋਂ ਹੀ ਸ਼ੁੱਧੀ ਵਾਲਾ ਰੌਲਾ ਵਧਿਆ ਹੈ। ਸਰਦਾਰ ਝੰਡਾ ਸਿੰਘ ਦੀ ਡਾਕਟਰੀ ਅਤੇ ਸ਼ੁੱਧੀ ਦੀ ਚਰਚਾ ਇਹ ਦੋਵੇਂ ਭੇਤ ਵਾਲੀਆਂ ਗੱਲਾਂ ਹਨ, ਸੂਝ ਨਾਲ ਪੜਤਾਲ ਕਰ ਲੈਣੀ। ਇੰਨੀ ਗੱਲ ਬੀਬੀ ਦੇ ਕੰਨੀ ਪਾ ਕੇ ਫਤਿਹ ਬੁਲਾਈ ਅਤੇ ਝੱਟ ਆਪਣੇ ਟਿਕਾਣੇ 'ਤੇ ਜਾ ਬਰਾਜੇ। ਬੀਬੀ ਨਿਰਮਲ ਕੌਰ ਨੇ ਸਮਾਂ ਤਾੜ ਕੇ ਬੜੇ ਸਹਿਜ ਨਾਲ ਆਪਣੇ ਵੀਰ ਝੰਡਾ ਸਿੰਘ ਨਾਲ ਡਾਕਟਰੀ ਕਰਵਾਉਣ ਬਾਰੇ ਗੱਲ ਛੇੜੀ ਤਾਂ ਉਸ ਨੇ ਅੱਗੋਂ ਬੜਾ ਕੋਰਾ ਅਤੇ ਰੁੱਖਾ ਉੱਤਰ ਦਿੱਤਾ। ਝੰਡਾ ਸਿੰਘ: ਬੀਬੀ ਜੀ, ਤੁਹਾਨੂੰ ਇਹਨਾਂ ਗੱਲਾਂ ਨਾਲ ਕੀ ਵਾਸਤਾ ਹੈ? ਅੱਗੇ ਗੁਰਦਿਆਲ ਸਿੰਘ ਨੇ ਵੀ ਸੰਤਾਂ ਦੀ ਗੱਲ ਵਿੱਚ ਦਖਲ ਦੇ ਕੇ ਮੇਰਾ ਦਿਲ ਦੁਖੀ ਕੀਤਾ ਸੀ। ਹੁਣ ਤੁਸੀਂ ਵੀ ਸੰਤਾਂ ਦੇ ਕੰਮਾਂ ਵਿੱਚ ਨੁਕਸ ਕੱਢਣਾ ਚਾਹੁੰਦੇ ਹੋ। ਇੰਨੀ ਆਖ ਕੇ ਝੰਡਾ ਸਿੰਘ ਬਾਹਰ ਨੂੰ ਚਲਾ ਗਿਆ। ਮਗਰੋਂ ਬੀਬੀ ਨਿਰਮਲ ਕੌਰ ਆਪਣੇ ਪਿੰਡ ਪਰਤ ਗਈ। ਅਗਲੇ ਦਿਨ ਰਸੋਈ ਘਰ ਵਿੱਚ ਬੈਠੀਆਂ ਬੀਬੀ ਪ੍ਰੀਤੋ ਅਤੇ ਸ਼ਾਮੋ ਗੱਲਾਂ ਕਰ ਰਹੀਆਂ ਸਨ। ਸ਼ਾਮੋ: ਬੀਬੀ ਜੀ, ਕੱਲ੍ਹ ਦੇ ਸੰਤਾਂ ਦੇ ਭਾਸ਼ਣ ਤੋਂ ਮੇਰਾ ਮਨ ਇੰਨਾ ਦੁਖੀ ਹੈ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ। ਪਤਾ ਨਹੀਂ ਕੀ ਗੱਲ ਹੈ, ਤੂੰ ਮੇਰੀ ਸਹਾਇਤਾ ਕਰਕੇ ਮੈਨੂੰ ਸੇਵਾ ਕਰਨ ਜੋਗੀ ਕਿਉਂ ਨਹੀਂ ਬਣਵਾਉਂਦੀ? ਪ੍ਰੀਤੋ: ਬੀਬੀ ਸ਼ਾਮੋ, ਮੈਂ ਸੰਤਾਂ ਨਾਲ ਅੱਜ ਫਿਰ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਸ਼ੁੱਧੀ ਵਾਲਾ ਕੰਮ ਕਰੜਾ ਅਤੇ ਲੰਮੀ ਸਾਧਨਾ ਵਾਲਾ ਹੁੰਦਾ। ਕਹਿੰਦੇ ਹਨ ਕਿ ਸ਼ਾਮੋ ਅਜੇ ਅਲੜ ਹੈ, ਉਸ ਕੋਲੋਂ ਇੰਨੀ ਸਾਧਨਾ ਝੱਲ ਨਹੀਂ ਹੋਣੀ। ਸ਼ਾਮੋ: ਮੈਨੂੰ ਸਮਝ ਨਹੀਂ ਆਉਂਦੀ ਕਿ ਜਦ ਤੂੰ ਸ਼ੁੱਧੀ ਕਰਾ ਸਕਦੀ ਹੈ ਤਾਂ ਫਿਰ ਮੇਰੇ ਵਿੱਚ ਕੀ ਘਾਟ ਹੈ? ਮੈਂ ਇੰਨੇ ਜੋਗੀ ਕਿਸ ਕਾਰਨ ਨਹੀਂ ਹਾਂ? ਤੂੰ ਮੈਨੂੰ ਸਮਝਾ ਤੇ ਸਹੀ ਕਿ ਕੀ ਕੁਝ ਕਰਨਾ ਪੈਂਦਾ ਹੈ ਸ਼ੁੱਧੀ ਕਰਵਾਉਣ ਲੱਗਿਆਂ। ਪ੍ਰੀਤੋ: ਤਕਰੀਬਨ ਸਾਰੀ ਰਾਤ ਹੀ ਲੱਗ ਜਾਂਦੀ ਹੈ। ਸੰਤ ਜੀ ਜਲ ਦੇ ਬਾਟੇ ਵਿੱਚ ਧਿਆਨ ਰੱਖ ਕੇ 10 ਬਾਣੀਆਂ ਦਾ ਪਾਠ ਕਰਦੇ ਆ। ਕੋਈ ਬਾਣੀ ਵੀ ਘੰਟੇ ਤੋਂ ਘੱਟ ਸਮਾਂ ਨਹੀਂ ਲੈਂਦੀ। ਫਿਰ ਸੰਤਾਂ ਦੀ ਦੱਸੀ ਵਿਧੀ ਨਾਲ ਅੰਦਰ ਬੈਠਣਾ ਅਤੇ ਹੋਰ ਜ਼ਰੂਰੀ ਕਈ ਧਰਮ ਕਰਮ ਕਰਨੇ ਹੁੰਦੇ ਨੇ। ਇੰਜ ਦੇ ਕਈ ਤਰ੍ਹਾਂ ਦੇ ਕਰਮ ਬੜਾ ਮਨ ਮਾਰ ਕੇ ਕਰਨੇ ਹੁੰਦੇ ਹਨ। ਤੂੰ ਅੱਕ ਥੱਕ ਕੇ ਘਾਬਰ ਜਾਣਾ ਹੈ। ਸ਼ਾਮੋ: ਲੈ, ਮੈਨੂੰ ਭਾਵੇਂ 2 ਰਾਤਾਂ ਬਹਿਣਾ ਪੈ ਜਾਵੇ, ਮੈਂ ਤੇ ਕਦੇ ਨਾ ਥੱਕਾਂ ਤੇ ਨਾ ਹੀ ਅੱਕਾਂ। ਪ੍ਰੀਤੋ: ਸ਼ਾਮੋ, ਤੂੰ ਇੱਦਾਂ ਕਰ, ਵੀਰ ਝੰਡਾ ਸਿੰਘ ਨੂੰ ਕਹਿ ਉਹ ਸੰਤਾਂ ਨਾਲ ਤੇਰੀ ਸ਼ੁੱਧੀ ਦੀ ਗੱਲ ਕਰੇ, ਨਾਲੇ ਮੈਂ ਵੀ ਆਪਣੇ ਪਿੰਡ ਫੇਰਾ ਮਾਰਨ ਜੋਗੀ ਹੋ ਜਾਵਾਂ। ਸ਼ਾਮੋ ਨੇ ਝੱਟ ਸਾਰੀ ਗੱਲ ਝੰਡਾ ਸਿੰਘ ਨਾਲ ਜਾ ਕੀਤੀ। ਝੰਡਾ ਸਿੰਘ ਤਾਂ ਅੱਗੇ ਹੀ ਇਸ ਘੜੀ ਨੂੰ ਤਰਸਦਾ ਸੀ। ਉਸੇ ਵੇਲੇ ਸੰਤ ਜੀ ਦੀ ਸੇਵਾ ਵਿੱਚ ਜਾ ਹਾਜ਼ਰ ਹੋਇਆ ਅਤੇ ਇਉਂ ਬੇਨਤੀ ਕੀਤੀ। ਝੰਡਾ ਸਿੰਘ: ਸੰਤ ਜੀ, ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਕਿ ਤੁਸੀਂ ਸਾਡੇ ਗਰੀਬਾਂ 'ਤੇ ਮਿਹਰ ਕਰੋ ਅਤੇ ਆਪਣੀ ਸੇਵਾ ਦਾ ਮੌਕਾ ਸਾਨੂੰ ਵੀ ਬਖਸ਼ੋ। ਸ਼ਾਮੋ ਨੂੰ ਆਪਣੀ ਸੇਵਕ ਬਣਾ ਲੈਣ ਲਈ ਉਸ ਦੀ ਸ਼ੁੱਧੀ ਕਰ ਲਵੋ। ਉਹ ਹਰ ਤਰ੍ਹਾਂ ਤਿਆਰ ਹੈ। ਬੀਬੀ ਪ੍ਰੀਤੋ ਵੀ ਆਪਣੇ ਘਰ ਫੇਰਾ ਮਾਰਨ ਜੋਗੀ ਹੋ ਜਾਵੇਗੀ। ਸੰਤ: ਭਾਈ ਝੰਡਾ ਸਿੰਘ ਜੀ, ਸ਼ੁੱਧੀ ਦੀ ਸਾਧਨਾ ਬੜੀ ਕਠਿਨ ਹੈ ਅਤੇ ਬੀਬੀ ਸ਼ਾਮੋ ਤਾਂ ਝੱਟ ਕਾਹਲੀ ਪੈ ਜਾਂਦੀ ਹੈ। ਅੱਗੇ ਵਿਚਾਰੇ ਟਹਿਲ ਸਿੰਘ ਦਾ ਫੱਕਾ ਮਾਰ ਲੈਣ ਲੱਗੀ ਸੀ, ਕਿਤੇ ਸਾਡੇ 'ਤੇ ਵੀ ਨਾ ਵਰ ਜਾਏ। ਝੰਡਾ ਸਿੰਘ: ਵਾਹਿਗੁਰੂ ਆਖੋ ਜੀ, ਤੁਹਾਨੂੰ ਤਾਂ ਉਹ ਗੁਰੂ ਨਾਨਕ ਦਾ ਰੂਪ ਸਮਝਦੀ ਹੈ। ਨਾਲੇ ਉਹ ਵਿਚਾਰੀ ਤਾਂ ਟਹਿਲ ਸਿੰਘ ਬਾਰੇ ਕੀਤੀ ਭੁੱਲ 'ਤੇ ਰਾਤ ਦਿਨ ਪਛਤਾਵਾ ਕਰਦੀ ਹੈ। ਕਰੋ ਮਿਹਰ ਉਸ ਨਿਕਰਮਣ 'ਤੇ, ਬਣਾ ਦਿਓ ਉਸ ਨੂੰ ਕਰਮਾਂ ਵਾਲੀ। ਸੰਤ: ਭਾਈ,
ਫਿਰ ਸਾਡਾ ਸੇਵਕ ਜਿਸ ਦੀ ਅਸਾਂ ਸ਼ੁੱਧੀ ਕੀਤੀ ਹੋਈ ਹੁੰਦੀ ਹੈ, ਉਸ ਵਿੱਚ ਵੀ ਸਾਡੀ ਜੋਤ ਪ੍ਰਵੇਸ਼ ਕਰ ਚੁੱਕੀ ਹੁੰਦੀ ਹੈ। ਉਸ ਦੀ ਬਦਨਾਮੀ ਵੀ ਫਿਰ ਗੁਰੂ ਨਾਨਕ ਦੀ ਹੀ ਬਦਨਾਮੀ ਹੋਈ ਕਿ ਨਾ। ਝੰਡਾ ਸਿੰਘ: ਸੱਤ ਹੈ ਮਹਾਰਾਜ ਜੀ, ਮੈਂ ਬੜਾ ਸ਼ਰਮਿੰਦਾ ਹਾਂ। ਸ਼ਾਮੋ ਵੱਲੋਂ ਮੈਂ ਅੱਗੇ ਵੀ ਖਿਮਾ ਮੰਗੀ ਸੀ ਅਤੇ ਆ ਲਓ ਫਿਰ। ਝੰਡਾ ਸਿੰਘ ਇਹ ਸਭ ਕੁਝ ਕਹਿ ਕੇ ਸੰਤਾਂ ਦੇ ਪੈਰਾਂ 'ਤੇ ਜਾ ਪਿਆ। ਸੰਤਾਂ ਨੇ ਉਠਾ ਕੇ ਬੜੇ ਪਿਆਰ ਨਾਲ ਕੋਲ ਬਿਠਾ ਲਿਆ ਅਤੇ ਕਿਹਾ, ਸੰਤ ਸਰਦਾਰ ਝੰਡਾ ਸਿੰਘ ਜੀ, ਤੁਹਾਡੇ 'ਤੇ ਸਤਿਗੁਰਾਂ ਦੀ ਬੜੀ ਮਿਹਰ ਹੈ। ਅਸੀਂ ਤੁਹਾਥੋਂ ਨਾਭਰ ਨਹੀਂ ਹੋ ਸਕਦੇ। ਸ਼ੁੱਧੀ ਦੀ ਵਿਧੀ ਅਸੀਂ ਕਿਸੇ ਨੂੰ ਦੱਸਦੇ ਨਹੀਂ ਹਾਂ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਇਸ ਨੂੰ ਗੁਪਤ ਰੱਖਣਾ ਹੈ। ਜਿਵੇਂ ਰਾਧਾ ਸੁਆਮੀ ਗੁਰੂ ਦਾ ਦਿੱਤਾ ਨਾਮ ਗੁਪਤ ਹੁੰਦਾ ਹੈ, ਸਾਡੀ ਸ਼ੁੱਧੀ ਦੀ ਮਰਜ਼ਾਦਾ ਵੀ ਪੂਰੀ ਗੁਪਤ ਹੈ। ਜੇ ਬੀਬੀ ਨੇ ਬਾਹਰ ਤੁਹਾਡੇ ਨਾਲ ਵੀ ਗੱਲ ਕਰ ਦਿੱਤੀ ਤਾਂ ਸਾਰੇ ਟੱਬਰ ਨੂੰ ਭਿਅੰਕਰ ਰੋਗ ਲੱਗ ਜਾਣਾ। ਪੁੱਤਰ ਵਾਲੀ ਗੱਲ ਤਾਂ ਫਿਰ ਭੁੱਲ ਜਾਓ। ਇਸੇ ਕਰਕੇ ਹੀ ਮੈਂ ਉਸ ਦੀ ਸ਼ੁੱਧੀ ਕਰਨ ਤੋਂ ਡਰਦਾ। ਅਸੀਂ ਇੱਥੇ ਤੁਹਾਡਾ ਭਲਾ ਕਰਨ ਆਏ ਹਾਂ। ਤੁਹਾਡੇ ਹੀ ਜੀ ਦੀ ਕਿਸੇ ਭੁੱਲ ਨਾਲ ਵੀ ਜੇ ਕੋਈ ਬੁਰਾ ਹੋ ਗਿਆ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ। ਬਸ ਇਹੀ ਡਰ ਹੈ। ਝੰਡਾ ਸਿੰਘ: ਨਾ ਮਹਾਰਾਜ, ਉਸ ਨੂੰ ਮੈਂ ਚੰਗੀ ਤਰ੍ਹਾਂ ਪੱਕਾ ਕਰਕੇ ਹੀ ਸ਼ੁੱਧੀ ਲਈ ਭੇਜਾਂਗਾ। ਸੰਤ: ਚੰਗਾ, ਜਾ ਪ੍ਰੀਤੋ ਕੋਲੋਂ ਸਭ ਕੁਝ ਸਮਝ ਲੈ ਤੇ ਰਾਤ ਨੂੰ ਹੀ ਸ਼ੁੱਧੀ ਹੋ ਜਾਵੇਗੀ। ਝੰਡਾ ਸਿੰਘ ਚਰਨੀ ਹੱਥ ਲਾ ਕੇ ਖੁਸ਼ੀ ਨਾਲ ਫੁੱਲਿਆ ਹੋਇਆ ਝੱਟ ਚੌਂਕੇ ਵਿੱਚ ਗਿਆ ਅਤੇ ਸਾਰੀ ਗੱਲ ਪ੍ਰੀਤੋ ਦੇ ਹੁੰਦਿਆਂ ਹੀ ਸ਼ਾਮੂ ਨੂੰ ਜਾ ਦੱਸੀ ਅਤੇ ਪੱਕੀ ਕੀਤੀ ਕਿ ਸ਼ੁੱਧੀ ਵਾਲੀ ਕੋਈ ਗੱਲ ਉਸ ਨੇ ਬਾਹਰ ਆ ਕੇ ਉਸ ਝੰਡਾ ਸਿੰਘ ਨਾਲ ਕਦੇ ਵੀ ਨਹੀਂ ਕਰਨੀ। ਭਿਅੰਕਰ ਰੋਗ ਲੱਗ ਜਾਣ ਦਾ ਅਤੇ ਸਦਾ ਲਈ ਪੁੱਤਰ ਗਵਾ ਲੈਣ ਦਾ ਡਰ ਸ਼ਾਮੋ ਨੂੰ ਝੰਡਾ ਸਿੰਘ ਨੇ ਆਪ ਹੀ ਪਾ ਦਿੱਤਾ। ਸਾਰਾ ਕੁਝ ਸੁਣ ਕੇ ਸ਼ਾਮੋ ਨੇ ਬੜੀ ਦ੍ਰਿੜਤਾ ਨਾਲ ਕਿਹਾ, ਸ਼ਾਮੋ ਮੇਰੇ ਸਰਦਾਰ ਜੀ, ਕਿ ਤੁਹਾਨੂੰ ਆਪਣੀ ਸ਼ਾਮੋ 'ਤੇ ਪੂਰਾ ਭਰੋਸਾ ਨਹੀਂ? ਮੈਂ ਟੋਟੇ ਟੋਟੇ ਹੋ ਜਾਵਾਂ ਪਰ ਅੰਦਰ ਹੋਈ ਸ਼ੁੱਧੀ ਵਾਲੀ ਗੱਲ ਦੀ ਹਵਾ ਨਾ ਕਿਤੇ ਕੱਢਾਂਗੀ। ਸ਼ਾਮੋ ਕੋਲੋਂ ਅਜਿਹੀ ਪੱਕੀ ਦ੍ਰਿੜਤਾ ਵਾਲੀ ਗੱਲ ਸੁਣ ਕੇ ਝੰਡਾ ਸਿੰਘ ਬਾਗੋ ਬਾਗ ਹੋ ਗਿਆ। ਪ੍ਰੀਤੋ ਨੇ ਝੰਡਾ ਸਿੰਘ ਨੂੰ ਕਿਹਾ ਕਿ ਉਹ ਪਹਿਲਾਂ ਲੋਹੇ ਦਾ ਬਾਟਾ ਲੱਭੇ, ਫਿਰ ਇਸ਼ਨਾਨ ਕਰਕੇ ਨੰਗੇ ਪੈਰੀਂ ਜਾ ਕੇ ਅਵਲ ਤਾਂ 7 ਖੂਹਾਂ ਦਾ ਨਹੀਂ ਤਾਂ 7 ਨਲਕਿਆਂ ਦਾ 7 ਕੱਪ ਪਾਣੀ ਸ਼ਾਮ ਤੋਂ ਪਹਿਲਾਂ ਲੈ ਆਏ। ਝੰਡਾ ਸਿੰਘ ਉਸੇ ਵੇਲੇ ਇਸ ਸੇਵਾ ਨੂੰ ਨਿਭਾਉਣ ਲਈ ਤੁਰ ਪਿਆ। ਮਗਰੋਂ ਪ੍ਰੀਤੋ ਨੇ ਸ਼ਾਮੋ ਨੂੰ ਕਿਹਾ ਕਿ ਲੱਠੇ ਦੇ 2 ਕਛਹਿਰੇ ਸੀਣ ਲਈ ਕੱਪੜਾ ਲਿਆਵੇ। ਮਸ਼ੀਨ ਘਰੇ ਸੀ, ਕਛਹਿਰੇ ਸੀਂਦਿਆਂ ਕਿਹੜਾ ਵਰਾ ਲੱਗਣਾ ਸੀ। ਸ਼ਾਮ ਤੋਂ ਪਹਿਲਾਂ ਬੀਬੀ ਸ਼ਾਮੋ ਸ਼ੁੱਧੀ ਲਈ ਤਿਆਰ ਹੋ ਚੁੱਕੀ ਸੀ। ਪ੍ਰੀਤੋ ਸ਼ੁੱਧ ਹਿਰਦੇ ਵਾਲੀ ਭੋਲੀ ਭਾਲੀ ਬੀਬੀ ਸ਼ਾਮੋ ਨੂੰ ਸ਼ੁੱਧੀ ਦੀ ਅਖਿਆਈ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਚਾਹੁੰਦੀ ਸੀ, ਸੋ ਗੱਲੀਂ ਛਿੜ ਪਈ। ਪ੍ਰੀਤੋ: ਸ਼ਾਮੋ, ਕੀ ਤੂੰ ਸੱਚੇ ਦਿਲੋਂ ਸੰਤਾਂ ਨੂੰ ਗੁਰੂ ਨਾਨਕ ਦੀ ਜੋਤ ਸਮਝਦੀ ਹੈ? ਸ਼ਾਮੋ ਸ਼ੁੱਧੀ ਹੋਣ ਦੇ ਚਾਅ ਵਿੱਚ ਖੀਵੀ ਹੋਈ ਭੋਲੀ ਸ਼ਾਮੋ ਬੋਲੀ, ਭੈਣ ਜੀ, ਮੈਂ ਵਿਚਾਰੀ ਕੌਣ ਹਾਂ? ਇੱਥੇ ਤਾਂ ਸਾਰੀ ਦੁਨੀਆ ਉਹਨਾਂ ਨੂੰ ਗੁਰੂ ਨਾਨਕ ਦੀ ਜੋਤ ਸਮਝਦੀ ਹੈ। ਜੇ ਮੇਰੇ ਦਿਲ ਦੀ ਪੁੱਛਦੀ ਹੈ ਤਾਂ ਮੈਂ ਤਾਂ ਉਹਨਾਂ ਨੂੰ ਧੁਰੋਂ ਆਇਆ ਬੇਬੇ ਨਾਨਕੀ ਦਾ ਵੀਰ ਗੁਰੂ ਨਾਨਕ ਹੀ ਮੰਨਦੀ ਹਾਂ। ਪ੍ਰੀਤੋ: ਉਸ ਸਮੇਂ ਗੁਰੂ ਨਾਨਕ ਜੀ ਨੇ ਸੰਤਾਂ ਦੇ ਸਰੀਰ ਵਿੱਚ ਪ੍ਰਵੇਸ਼ ਆ ਕਰਨਾ ਹੈ। ਸੰਤਾਂ ਦਾ ਬਚਨ ਗੁਰੂ ਨਾਨਕ ਜੀ ਦਾ ਬਚਨ ਸਮਝ ਕੇ ਮੰਨਣਾ ਹੈ। ਪ੍ਰੀਤਮ ਕੌਰ ਨੇ ਸ਼ਾਮੋ ਦੇ ਸਰੀਰ ਦੇ ਮੇਚ ਦਾ ਚੋਲਾ ਬਣਾਉਣ ਲਈ ਕੋਈ ਚਿੱਟਾ ਕੱਪੜਾ ਮੰਗਿਆ। ਸ਼ਾਮੋ ਝੱਟ ਅੰਦਰੋਂ ਚਿੱਟੇ ਰੇਸ਼ਮ ਦੀ ਚਾਦਰ ਕੱਢ ਲਿਆਈ। ਦੋਹਾਂ ਨੇ ਰਲ ਕੇ ਪ੍ਰੀਤੋ ਦੇ ਮਨਪਸੰਦ ਦਾ ਚੋਲਾ ਵੀ ਸੀ ਲਿਆ। ਮਿੱਥੇ ਹੋਏ ਸਮੇਂ 'ਤੇ ਬੀਬੀ ਸ਼ਾਮੋ ਦੇ ਸ਼ੁੱਧੀ ਸੰਸਕਾਰ ਨਿਰਵਿਘਨ ਸੰਪੰਨ ਹੋ ਗਏ। ਪ੍ਰੀਤੋ ਨੇ ਅੜਿਆ ਹੋਇਆ ਮੋਰਚਾ ਫਤਿਹ ਕਰ ਲਿਆ ਸੀ। ਉਹ ਸੰਤਾਂ ਕੋਲੋਂ ਸਿਰਪਾਓ ਅਤੇ ਨਗਦ ਇਨਾਮ ਲੈ ਕੇ ਹੱਸਦੀ ਗੁਟਕਦੀ ਘਰ ਨੂੰ ਪਰਤ ਗਈ। ਸੰਤਾਂ ਦੇ ਕਹਿਣ 'ਤੇ ਝੰਡਾ ਸਿੰਘ ਨੇ ਟਹਿਲ ਸਿੰਘ ਦੇ ਤਰਲੇ ਜਾ ਕੀਤੇ ਅਤੇ ਉਸ ਨੂੰ ਰਾਜ਼ੀ ਕਰਕੇ ਦੁਬਾਰਾ ਰਸੋਈ ਘਰ ਵਿੱਚ ਮੋੜ ਲਿਆਂਦਾ। ਉਹ ਪਹਿਲਾਂ ਵਾਂਗ ਹੀ ਸ਼ਾਮੋ ਕੋਲ ਰਸੋਈ ਵਿੱਚ ਰਹਿਣ ਲੱਗ ਪਿਆ। ਬੀਬੀ ਸ਼ਾਮੋ ਪਹਿਲਾਂ ਵਰਗੀ ਹੱਸਦੀ ਖੇਡਦੀ ਅਤੇ ਉਦਮ ਨਾਲ ਫਿਰਨ ਜੋਗੀ ਨਹੀਂ ਸੀ ਰਹੀ। ਸਹਿਮੀ ਹੋਈ ਘੁੱਗੀ ਬਣੀ ਸੰਤਾਂ ਦੀ ਹਾਜ਼ਰੀ ਜ਼ਰੂਰ ਭਰਦੀ ਸੀ। ਮਹੀਨੇ ਦੇ ਅੰਦਰ ਹੀ ਸ਼ਾਮੋ ਨੇ ਸੰਤਾਂ ਨੂੰ ਦੱਸ ਦਿੱਤਾ ਕਿ ਉਸ ਨੂੰ ਮੁੜ ਨਹਾਉਣੀ ਨਹੀਂ ਆਈ। ਇਹ ਖਬਰ ਸੁਣ ਕੇ ਸੰਤ ਬੜਾ ਖੁਸ਼ ਹੋਇਆ। ਉਸ ਨੇ ਸ਼ਾਮੋ ਨੂੰ ਤਾਕੀਦ ਕਰ ਦਿੱਤੀ ਕਿ ਉਹ ਅਜੇ ਕਿਸੇ ਕੋਲ ਵੀ
ਇਸ ਗੱਲ ਦੀ ਹਵਾ ਨਾ ਕੱਢੇ। ਸੰਤ ਨੇ ਇਹ ਖਬਰ ਆਪਣੇ ਅਤੇ ਟਹਿਲ ਸਿੰਘ ਦੇ ਵਿੱਚ ਹੀ ਸਮਾ ਲਈ ਸੀ। ਸਾਰੇ ਟੱਬਰ ਨੂੰ ਭਿਆਨਕ ਬਿਮਾਰੀ ਲੱਗ ਜਾਣ ਦੇ ਡਰ ਨੇ ਬੀਬੀ ਸ਼ਾਮੋ ਨੂੰ ਆਤਮ ਹੱਤਿਆ ਵੀ ਨਾ ਕਰਨ ਦਿੱਤੀ। ਇਸੇ ਭਰਮ ਨੇ ਦੁਖਿਆਰੀ ਬੀਬੀ ਸ਼ਾਮੋ ਨੂੰ ਕਿਸੇ ਹੋਰ ਨਾਲ ਦੁੱਖ ਸਾਂਝਾ ਵੀ ਨਾ ਕਰਨ ਦਿੱਤਾ। ਅੰਤਾਂ ਦਾ ਪਿਆਰ ਕਰਨ ਵਾਲਾ ਅਤੇ ਕਦੇ ਵੀ ਨਾਰਾਜ਼ ਨਾ ਹੋਣ ਵਾਲਾ ਪਤੀ ਵੀ ਓਪਰਾ ਹੋ ਗਿਆ। ਅੰਦਰੇ ਅੰਦਰ ਘੁਲਦੀ ਜਾ ਰਹੀ ਸੀ ਵਿਚਾਰੀ ਭੋਲੀ ਭਾਲੀ ਬੀਬੀ ਸ਼ਾਮੋ। ਗਿਆਨ ਸਿੰਘ ਅਤੇ ਈਸ਼ਰ ਸਿੰਘ ਕੁਝ ਨਾ ਕਰ ਸਕੇ। ਬੀਬੀ ਸ਼ਾਮੋ ਦੀ ਬਦਲੀ ਹੋਈ ਹਾਲਤ ਵੇਖ ਕੇ ਬੜੇ ਦੁਖੀ ਸਨ ਅਤੇ ਆਪਣੇ ਆਪ 'ਤੇ ਲਾਹਣਤਾਂ ਪਾ ਰਹੇ ਸਨ। ਇਸ ਮੰਦੀ ਹਾਲਤ ਵਿੱਚ ਵੀ ਸੰਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਸ਼ਾਮੋ ਆਖਰ ਉਹਨਾਂ ਕੋਲੋਂ ਨਾ ਝੱਲੀ ਗਈ। ਇਹ ਸ਼ਾਮ ਰਹਿਰਾਸ ਦਾ ਪਾਠ ਸੁਣ ਕੇ ਜਦ ਸੰਗਤ ਵਿਦਾ ਹੋ ਗਈ ਤਾਂ ਦੋਵੇਂ ਸਿੰਘ ਸੰਤ ਕੁਟੀਆ ਵਿੱਚ ਜਾ ਵੜੇ। ਸੰਤ ਦੇ ਪਾਪ ਕੰਬ ਗਏ। ਸੰਤ, ਕੀ ਗੱਲ ਹੈ ਗਿਆਨ ਸਿੰਘਾ, ਇਸ ਤਰ੍ਹਾਂ ਅਚਨਚੇਤ ਅੰਦਰ ਆ ਵੜੇ ਹੋ? ਗਿਆਨ ਸਿੰਘ, ਗੱਲ ਕੀ ਹੋਣੀ ਹੈ ਸੰਤ ਜੀ, ਲੋਕਾਂ ਵਿੱਚ ਇਹ ਚਰਚਾ ਚੱਲ ਤੁਰੀ ਹੈ ਕਿ ਸੰਤਾਂ ਦਾ ਡੇਰਾ ਵਿਚਾਰੇ ਸਰਦਾਰ ਝੰਡਾ ਸਿੰਘ ਦਾ ਘਰ ਉਜਾੜ ਦਿੱਤਾ ਹੈ। ਲੋਕ ਟਹਿਲ ਸਿੰਘ ਨੂੰ ਬੀਬੀ ਸ਼ਾਮੋ ਨਾਲ ਜੋੜ ਰਹੇ ਹਨ। ਸੰਤ ਬੜਾ ਘਾਬਰਿਆ ਅਤੇ ਹਫੜਿਆ ਹੋਇਆ ਇਉਂ ਹੋ ਗਿਆ, ਕਿਤੇ ਲੋਕੀ ਮੇਰਾ ਨਾਂ ਤੇ ਨਹੀਂ ਸ਼ਾਮੋ ਨਾਲ ਜੋੜਦੇ। ਗਿਆਨ ਸਿੰਘ, ਕੀ ਪਤਾ, ਆਖਰ ਟਹਿਲ ਸਿੰਘ ਵੀ ਤੇ ਤੁਹਾਡਾ ਰੂਪ ਹੀ ਤਾਂ ਹੈ। ਤੁਸੀਂ ਜਾਣੋ ਤੇ ਤੁਹਾਡਾ ਕੰਮ, ਸਾਡੀ ਦੋਹਾਂ ਦੀ ਆਖਰੀ ਫਤਿਹ। ਸੰਤ, ਈਸ਼ਰ ਸਿੰਘਾ, ਸਿਰਫ 3 ਦਿਨ ਹੋਰ ਖਲੋ ਜਾਓ, ਮੈਂ ਸਵੇਰੇ ਹੀ ਅਖੰਡ ਪਾਠ ਰਖਾ ਦੇਣਾ ਹੈ, ਫਿਰ ਤੁਸੀਂ ਆਪਣੀ ਮਰਜ਼ੀ ਕਰ ਲਿਓ। ਈਸ਼ਰ ਸਿੰਘ, ਸੰਤ ਜੀ, ਮੈਂ ਕਰੀਬ 6 ਸਾਲ ਤੁਹਾਡੇ ਲੱਛਣ ਵੇਖਦਾ ਰਿਹਾ ਹਾਂ, ਪਰ ਮੂਰਖ ਸ਼ਰਧਾ ਨੇ ਸੁਰਤ ਮਾਰੀ ਰੱਖੀ। ਇਹਨਾਂ ਭੋਲੇ ਅਤੇ ਸਾਫ਼ ਦਿਲ ਸਰਦਾਰਾਂ ਦੇ ਘਰ ਤੁਹਾਨੂੰ ਇਹ ਕੜੀ ਨਹੀਂ ਸੀ ਘੋਲਣੀ ਚਾਹੀਦੀ। ਖੈਰ, ਅਸੀਂ ਹੁਣ ਸ੍ਰੀ ਅਖੰਡ ਪਾਠ ਦੇ ਭੋਗ ਤੱਕ ਗੁਰੂ ਮਹਾਰਾਜ ਦੀ ਸੇਵਾ ਵਿੱਚ ਰਹਿੰਦੇ ਹਾਂ। ਇਹ ਨਾ ਹੋਵੇ ਕਿ ਅੱਜ ਰਾਤ ਨੂੰ ਫਿਰ ਤੁਹਾਨੂੰ ਗੁਰੂ ਨਾਨਕ ਜੀ ਆ ਮਿਲਣ ਅਤੇ ਦਿਨ ਚੜ੍ਹਦਿਆਂ ਹੀ ਕੋਈ ਹੋਰ ਹੀ ਸ਼ੋਸ਼ਾ ਛੱਡ ਦਿੱਤਾ ਜਾਵੇ। ਸੰਤ, ਈਸ਼ਰ ਸਿੰਘ ਜੀ, ਪਿਛਲੀ ਗੱਲ ਛੱਡੋ, ਮੈਂ ਤੁਹਾਡਾ ਧੰਨਵਾਦੀ ਹਾਂ, ਜਿਨ੍ਹਾਂ ਮੇਰੀ ਬੇਨਤੀ ਮੰਨ ਲਈ ਹੈ। ਸੰਤ ਨਿਗਰਦਾ ਜਾਂਦਾ ਆਪਣੇ ਪਰਛਾਵੇਂ ਤੋਂ ਵੀ ਡਰੀ ਜਾ ਰਿਹਾ ਸੀ। ਗਿਆਨ ਸਿੰਘ ਤੇ ਈਸ਼ਰ ਸਿੰਘ ਸੰਤ ਕੁਟੀਆ ਵਿੱਚੋਂ ਨਿਕਲਦੇ ਹੀ ਸਿੱਧੇ ਸਰਦਾਰ ਝੰਡਾ ਸਿੰਘ ਵੱਲ ਗਏ ਅਤੇ ਸਵੇਰੇ ਅਖੰਡ ਪਾਠ ਸਾਹਿਬ ਦੇ ਆਰੰਭ ਕਰ ਦੇਣ ਵਾਲੀ ਖਬਰ ਜਾ ਸੁਣਾਈ ਅਤੇ ਦੱਸਿਆ ਕਿ ਕੱਲ੍ਹ ਸਬੱਬ ਨਾਲ ਸ਼ੁੱਕਰਵਾਰ ਹੈ, ਐਤਵਾਰ 10 ਵਜੇ ਭੋਗ ਪਵੇਗਾ। ਸੰਤਾਂ ਦੇ ਇਸ ਅਚਨਚੇਤ ਫੈਸਲੇ ਨਾਲ ਝੰਡਾ ਸਿੰਘ ਹੈਰਾਨ ਰਹਿ ਗਿਆ। ਝੱਟ ਹੀ ਸੰਤ ਕੁਟੀਆ ਵਿੱਚ ਜਾ ਵੜਿਆ। ਉਸ ਨੂੰ ਵੇਖ ਕੇ ਸੰਤ ਪਹਿਲਾਂ ਹੀ ਬੋਲ ਪਿਆ, ਸੰਤ ਸਰਦਾਰ ਝੰਡਾ ਸਿੰਘ ਜੀ, ਸਤਿਗੁਰਾਂ ਦਾ ਹੁਕਮ ਹੈ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਰੱਖ ਦਿੱਤਾ ਜਾਵੇ। ਸ਼ੁਭ ਮਹੂਰਤ ਹੈ। ਦਾਸ ਨੂੰ ਸਤਿਗੁਰਾਂ ਦਾ ਕੋਈ ਖਾਸ ਹੀ ਸੁਨੇਹਾ ਮਿਲਣ ਵਾਲਾ ਹੈ, ਸੋ ਕੋਈ ਸਵਾਲ ਜਾਂ ਕਿੰਤੂ ਨਹੀਂ ਕਰਨਾ। ਅਜੇ 3 ਦਿਨ ਭੋਗ ਦੇ ਵਿੱਚ ਹਨ, ਤੁਸੀਂ ਤਿਆਰੀ ਕਰ ਲਵੋ, ਬਸ ਜਾਓ। ਇੰਨੀ ਗੱਲ ਸੁਣ ਕੇ ਸਰਦਾਰ ਝੰਡਾ ਸਿੰਘ ਬਾਹਰ ਆ ਗਿਆ ਅਤੇ ਅਖੰਡ ਪਾਠ ਦੇ ਅਚਨਚੇਤ ਆਰੰਭ ਕਰਨ ਵਾਲੇ ਸੰਤ ਦੇ ਫੈਸਲੇ ਤੋਂ ਆਪਣੀ ਧਰਮ ਪਤਨੀ ਬੀਬੀ ਸ਼ਾਮੋ ਕੋਲ ਗਿਆ। ਝੰਡਾ ਸਿੰਘ, ਬੜੀ ਔਖ ਆ ਬਣੀ ਹੈ। ਸੰਤਾਂ ਨੇ ਸਵੇਰੇ ਹੀ ਅਖੰਡ ਪਾਠ ਰੱਖਣ ਲਈ ਕਹਿ ਦਿੱਤਾ ਹੈ। ਏਡੀ ਛੇਤੀ ਸਾਰਾ ਪ੍ਰਬੰਧ ਕਿਵੇਂ ਕਰਾਂਗੇ? ਸਾਕ ਅੰਗਾਂ ਨੂੰ ਪਤਾ ਕਿਵੇਂ ਭੇਜ ਸਕਾਂਗੇ? ਮੇਰਾ ਵਿਚਾਰ ਹੈ ਕਿ ਜੇ ਤੂੰ ਕਹੇ ਕਿ ਉਹ ਅਗਲੇ ਸ਼ੁੱਕਰਵਾਰ ਅਖੰਡ ਪਾਠ ਰੱਖ ਲੈਣ ਤਾਂ ਕੀ ਹਰਜ ਹੈ। ਸ਼ਾਮੋ, ਤੁਸੀਂ ਬੀਬੀ ਨਿਰਮਲ ਕੌਰ ਜੀ ਵੱਲ ਸਵੇਰੇ ਹੀ ਬੰਦਾ ਭੇਜ ਦਿਓ, ਆਪੇ ਸਾਰਾ ਪ੍ਰਬੰਧ ਕਰਾ ਲੈਣਗੇ। ਦਫਾ ਹੋਏ ਇਹ ਕਤੀੜਖਾਨਾ। ਮੈਂ ਤਾਂ ਕਦੇ ਨਹੀਂ ਕਹਿੰਦੀ ਤਰੀਕ ਅੱਗੇ ਪਾਉਣ ਲਈ। ਝੰਡਾ ਸਿੰਘ ਹੈਰਾਨ ਹੋ ਕੇ, ਹੈਂ, ਸੰਤਾਂ ਨੂੰ ਕਤੀੜਖਾਨਾ ਕਹਿ ਦਿੱਤਾ ਈ? ਕੀ ਹੋ ਗਿਆ ਤੇਰੀ ਮੱਤ ਨੂੰ? ਸ਼ਾਮੋ ਨੇ ਕੋਈ ਉੱਤਰ ਨਾ ਦਿੱਤਾ। ਝੰਡਾ ਸਿੰਘ ਨੂੰ ਪੱਕਾ ਸ਼ੱਕ ਪੈ ਗਿਆ ਕਿ ਏਡੀ ਕਾਹਲੀ ਕਰਨ ਦੇ ਕਾਰਨ ਦਾ ਸ਼ਾਮੋ ਨੂੰ ਪਤਾ ਜ਼ਰੂਰ ਹੈ, ਪਰ ਕਿਸੇ ਗੱਲ ਤੋਂ ਕੋਈ ਉਚੇਚੀ ਤਲਖੀ ਪੈਦਾ ਹੋ ਜਾਣ ਦੇ ਡਰ ਤੋਂ ਚੁੱਪ ਹੋ ਗਿਆ। ਅਗਲੀ ਸਵੇਰ ਸੰਤ ਜੀ ਨੇ ਝੰਡਾ ਸਿੰਘ ਦੀ ਹਾਜ਼ਰੀ ਵਿੱਚ ਸੰਪੜ ਪਾਠ ਦਾ ਭੋਗ ਪਾ ਲਿਆ ਅਤੇ ਸ੍ਰੀ ਅਖੰਡ ਪਾਠ ਦਾ ਆਰੰਭ ਕਰਵਾ ਦਿੱਤਾ। ਗਿਆਨ ਸਿੰਘ ਨੇ ਸੰਤਾਂ ਨੂੰ ਚੇਤਾ ਕਰਾਉਣ ਲਈ ਇਉਂ ਕਿਹਾ, ਗਿਆਨ ਸਿੰਘ, ਸੰਤ ਜੀ, ਜਿਨ੍ਹਾਂ ਸ਼ਰਧਾਵਾਨਾਂ ਨੂੰ ਤੁਸੀਂ ਇਸ ਸੰਪੜ ਪਾਠ ਦੇ ਭੋਗ ਵਾਲੇ ਦਿਨ ਅੰਮ੍ਰਿਤ ਛਕਾਉਣ ਦਾ ਲਾਰਾ ਲਾਇਆ ਸੀ, ਉਹਨਾਂ ਦਾ ਕੀ ਸੋਚਿਆ ਜੇ?
ਸੰਤ, ਮੈਂ ਕੋਈ ਅਸ਼ਟਾਮ ਲਿਖ ਦਿੱਤਾ ਸੀ ਕਿ ਜ਼ਰੂਰ ਹੀ ਮਿੱਥੇ ਸਮੇਂ ਤੇ ਅੰਮ੍ਰਿਤ ਛਕਾਉਣਾ ਹੈ। ਗਿਆਨ ਸਿੰਘ, ਗੁਰਸਿੱਖ ਦੀ ਤਾਂ ਜ਼ੁਬਾਨ ਹੀ ਦੁਨੀਆ ਦੇ ਸਾਰੇ ਲਿਖਤੀ ਇਕਰਾਰਨਾਮਿਆਂ ਨਾਲੋਂ ਪੱਕੀ ਹੁੰਦੀ ਹੈ। ਤੁਸੀਂ ਤਾਂ ਸਗੋਂ ਸੰਤ ਹੋਣ ਦੇ ਨਾਤੇ ਸ਼੍ਰੋਮਣੀ ਸਿੱਖ ਹੋ, ਤੁਹਾਨੂੰ ਅਜਿਹੀ ਗੱਲ ਨਹੀਂ ਫੱਬਦੀ। ਸੰਤ ਗਿਆਨ ਸਿੰਘਾ, ਤੈਨੂੰ ਪਤਾ ਹੀ ਹੈ ਮੇਰੇ ਅੰਦਰ ਕੀ ਵਰਤਰੀ ਹੈ। ਮੈਂ ਕਿਸੇ ਅੰਮ੍ਰਿਤ ਛਕਣ ਵਾਲੇ ਨੂੰ ਕੀ ਕਰਾਂ? ਖਸਮਾਂ ਨੂੰ ਖਾਣ ਇਹ ਵੱਡੇ ਅੰਮ੍ਰਿਤ ਅਬਲਾਖੀ। ਗਿਆਨ ਸਿੰਘ ਦੁਖੀ ਅਤੇ ਹੈਰਾਨ ਹੋ ਕੇ, ਬੱਲੇ ਉਹ ਸੰਤੋ, ਚੰਗਾ ਪ੍ਰਚਾਰ ਕਰ ਰਹੇ ਹੋ ਸਿੱਖੀ ਦਾ, ਬੜੇ ਭੁਲੇਖੇ ਦੂਰ ਹੋ ਗਏ ਹਨ। ਸੰਤ ਚੁੱਪ ਕੀਤਾ, ਆਪਣੀ ਕੁਟੀਆ ਵੱਲ ਤੁਰ ਗਿਆ। ਪਾਠ ਤੇ ਟਹਿਲ ਸਿੰਘ ਬਹਿ ਗਿਆ ਹੋਇਆ ਸੀ। ਬੀਬੀ ਨਿਰਮਲ ਕੌਰ ਸ਼ਾਮ ਤੱਕ ਆਪਣੇ ਵੀਰ ਕੋਲ ਲੁੱਕ ਕੇ ਪਹੁੰਚ ਗਏ, ਪਰ ਗੁਰਦਿਆਲ ਸਿੰਘ ਭੋਗ ਵਾਲੇ ਦਿਨ ਸਵੇਰੇ ਆਇਆ। ਮਾਮਾ ਜੀ ਨੂੰ ਬੜੇ ਪਿਆਰ ਸਤਿਕਾਰ ਨਾਲ ਮਿਲਿਆ। ਮਾਮੀ ਜੀ ਦੀ ਮਨ ਦੀ ਹਾਲਤ ਵੇਖ ਕੇ ਗੁਰਦਿਆਲ ਸਿੰਘ ਬੜਾ ਚਿੰਤਾਤੁਰ ਹੋਇਆ। ਬੀਬੀ ਨਿਰਮਲ ਕੌਰ ਵੀ ਆਪਣੀ ਥਾਂ ਤੇ ਚਿੰਤਾਤੁਰ ਸੀ ਕਿ ਕਬੂਤਰੀ ਵਾਂਗ ਸਦਾ ਗੁਟਕਦੀ ਰਹਿਣ ਵਾਲੀ ਇਸ ਭੋਲੀ ਭਾਲੀ ਨਿਸ਼ਕਪਟ ਬੀਬੀ ਸ਼ਾਮੋ ਨੂੰ ਕੀ ਰੋਗ ਲੱਗ ਗਿਆ ਸੀ। ਭਾਈ ਈਸ਼ਰ ਸਿੰਘ ਅਤੇ ਗਿਆਨ ਸਿੰਘ ਨੂੰ ਜਦ ਗੁਰਦਿਆਲ ਸਿੰਘ ਦੇ ਆਉਣ ਦਾ ਪਤਾ ਲੱਗਾ ਤਾਂ ਛੇਤੀ ਨਾਲ ਮੱਥੇ ਲੱਗਣ ਨੂੰ ਉਹਨਾਂ ਦਾ ਦਿਲ ਨਾ ਮੰਨਿਆ। ਅਜੇ ਜੱਕੋ ਤੱਕੇ ਹੀ ਕਰ ਰਹੇ ਸਨ ਕਿ ਗੁਰਦਿਆਲ ਸਿੰਘ ਨੇ ਜਾ ਫਤਿਹ ਬੁਲਾਏ। ਬੜੇ ਪਿਆਰ ਅਤੇ ਸਨੇਹ ਨਾਲ ਘੁੱਟ ਕੇ ਇਸ ਤਰ੍ਹਾਂ ਮਿਲੇ ਜਿਵੇਂ ਕਈ ਸਾਲਾਂ ਤੋਂ ਵਿਛੜੇ ਹੁੰਦੇ ਹਨ। ਗਿਆਨ ਸਿੰਘ ਦੇ ਅਥਰੂ ਨਹੀਂ ਸਨ ਥੰਮਦੇ। ਗੁਰਦਿਆਲ ਸਿੰਘ ਇਸ ਦਿਲਗੀਰੀ ਦਾ ਕਾਰਨ ਬਾਰ-ਬਾਰ ਪੁੱਛਦਾ ਸੀ, ਪਰ ਗਿਆਨ ਸਿੰਘ ਹਰ ਵਾਰ ਇਹੀ ਕਹਿੰਦਾ ਕਿ ਐਵੇਂ ਤੁਹਾਨੂੰ ਮਿਲ ਕੇ ਵੈਰਾਗ ਵਗ ਤੁਰਿਆ ਹੈ। ਅੱਖੀਆਂ ਈਸ਼ਰ ਸਿੰਘ ਦੀਆਂ ਵੀ ਤਰ ਸਨ। ਸੰਤਾਂ ਨੂੰ ਮਿਲਣ ਲਈ ਗੁਰਦਿਆਲ ਸਿੰਘ ਨੇ ਜਾਣਾ ਹੀ ਨਹੀਂ ਸੀ। ਗੁਰੂ ਮਹਾਰਾਜ ਦੀ ਹਾਜ਼ਰੀ ਭਰੀ ਅਤੇ ਪਾਠ ਸੁਣਨ ਲਈ ਬੈਠ ਗਿਆ। ਅੱਜ ਬੀਬੀ ਸ਼ਾਮੋ ਆਪਣੇ ਪਿਆਰੇ ਪੁੱਤਰ ਨੂੰ ਚਾਹ ਪਾਣੀ ਵੀ ਨਹੀਂ ਸੀ ਪੁੱਛ ਸਕੀ। ਸੰਗਤ ਆਉਣੀ ਸ਼ੁਰੂ ਹੋ ਗਈ ਤਾਂ ਗੁਰਦਿਆਲ ਸਿੰਘ ਪ੍ਰਾਹੁਣਿਆਂ ਨੂੰ ਜੀ ਆਇਆਂ ਕਹਿਣ ਲਈ ਗੇਟ ਤੇ ਖੜਾ ਹੋ ਗਿਆ। ਆਪਣੇ ਪਰਿਵਾਰ ਦੇ ਡਾਕਟਰ ਸ੍ਰੀ ਭਗਤ ਰਾਮ ਸ਼ਰਮਾ ਨੂੰ ਅੰਮ੍ਰਿਤਸਰੋਂ ਆਇਆਂ ਵੇਖ ਕੇ ਗੁਰਦਿਆਲ ਸਿੰਘ ਬਹੁਤ ਹੀ ਖੁਸ਼ ਹੋਇਆ। ਘੁੱਟ ਕੇ ਜੱਫੀ ਪਾਈ ਅਤੇ ਪੁੱਛਿਆ, ਗੁਰਦਿਆਲ ਸਿੰਘ, ਡਾਕਟਰ ਸਾਹਿਬ, ਕਿੱਥੇ ਅੰਮ੍ਰਿਤਸਰ ਤੇ ਕਿੱਥੇ ਇਹ ਪੱਟੀ ਨੇੜੇ ਦਾ ਪਿੰਡ? ਤੁਹਾਨੂੰ ਇਸ ਘਰ ਦੀ ਦੱਸ ਕਿਸ ਨੇ ਪਾ ਦਿੱਤੀ? ਡਾਕਟਰ, ਇਹੀ ਗੱਲ ਤਾਂ ਮੈਂ ਤੁਹਾਨੂੰ ਪੁੱਛਣੀ ਸੀ ਕਿ ਤੁਸੀਂ ਮੇਰੇ ਨਾਲੋਂ ਵੀ ਪਹਿਲਾਂ ਕਿਵੇਂ ਆ ਧਮਕੇ? ਗੁਰਦਿਆਲ ਸਿੰਘ, ਡਾਕਟਰ ਸਾਹਿਬ, ਇਹ ਮੇਰੇ ਨਾਨਕਿਆਂ ਦਾ ਘਰ ਹੈ। ਸਰਦਾਰ ਝੰਡਾ ਸਿੰਘ ਜੀ ਮੇਰੇ ਮਾਮਾ ਜੀ ਹਨ। ਪਰ ਤੁਸੀਂ ਕਿਵੇਂ? ਡਾਕਟਰ, 2 ਮਹੀਨੇ ਪਹਿਲਾਂ ਮੇਰਾ ਜਾਣੂ ਭਾਈ ਨਾਰ ਸਿੰਘ ਤੁਹਾਡੇ ਮਾਮਾ ਜੀ ਦਾ ਵੀਰਜ ਟੈਸਟ ਕਰਵਾਉਣ ਲਈ ਆਇਆ ਸੀ। ਕਹਿਣ ਲੱਗਾ ਕਿ ਉਹ ਹੁਣ ਪੰਡੋਰੀ ਵਾਲੇ ਸੰਤਾਂ ਦਾ ਸੇਵਾਦਾਰ ਹੈ। ਇਹ ਵੀ ਦੱਸਿਆ ਕਿ ਸਰਦਾਰ ਝੰਡਾ ਸਿੰਘ ਦੇ ਘਰ ਸੰਤਾਂ ਨੇ ਪਾਠ ਆਰੰਭਿਆ ਹੋਇਆ ਹੈ ਅਤੇ ਮੈਨੂੰ 100 ਰੁਪਏ ਦਾ ਨੋਟ ਫੀਸ ਦੇ ਕੇ ਕਿਹਾ ਕਿ ਸੰਤਾਂ ਦਾ ਹੁਕਮ ਹੈ ਕਿ ਜੇ ਨਤੀਜਾ ਗਲਤ ਹੋਵੇ ਤਾਂ ਝੰਡਾ ਸਿੰਘ ਨੂੰ ਸੂਹ ਨਾ ਲੱਗੇ, ਵਿਚਾਰੇ ਦਾ ਦਿਲ ਖਰਾਬ ਹੋਵੇਗਾ। ਕੱਲ੍ਹ ਸਰਦਾਰ ਝੰਡਾ ਸਿੰਘ ਦਾ ਖਾਸ ਅਤੇ ਉਚੇਚਾ ਸੁਨੇਹਾ ਪੁੱਜਾ ਕਿ ਭੋਗ ਤੇ ਜ਼ਰੂਰ ਆਵਾਂ। ਬੜਾ ਖੁਸ਼ੀ ਦਾ ਸਮਾਗਮ ਹੈ, ਸੋ ਹਾਜ਼ਰ ਹੋ ਗਿਆ। ਗੁਰਦਿਆਲ ਸਿੰਘ, ਫਿਰ ਨਤੀਜਾ ਪੋਜ਼ਿਟਿਵ ਸੀ? ਡਾਕਟਰ, ਨਹੀਂ, ਤੁਹਾਡੇ ਮਾਮਾ ਜੀ ਦੇ ਵੀਰਜ ਵਿੱਚ ਸ਼ੁਕਰਾਣੂ ਮੁੱਢੋਂ ਹੀ ਨਹੀਂ ਬਣੇ। ਗੁਰਦਿਆਲ ਸਿੰਘ, ਤੁਸੀਂ ਫਿਰ ਮਾਮਾ ਜੀ ਨੂੰ ਦੱਸਿਆ ਕਿ ਨਹੀਂ? ਡਾਕਟਰ, ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਮੈਨੂੰ ਪੈਸੇ ਹੀ ਇਸ ਗੱਲ ਦੇ ਦਿੱਤੇ ਗਏ ਸਨ ਕਿ ਮੈਂ ਸਰਦਾਰ ਹੋਰਾਂ ਦਾ ਮਨ ਦੁਖੀ ਨਾ ਕਰਾਂ। ਕਿਉਂ, ਕੀ ਗੱਲ ਹੈ? ਦੱਸਣਾ ਜ਼ਰੂਰੀ ਸੀ? ਗੁਰਦਿਆਲ ਸਿੰਘ, ਨਹੀਂ ਜੀ, ਗੱਲ ਤਾਂ ਕੋਈ ਨਹੀਂ। ਐਵੇਂ ਮੈਂ ਕਈ ਵਾਰੀ ਇਹੀ ਟੈਸਟ ਕਰਵਾਉਣ ਨੂੰ ਕਹਿੰਦਾ ਸਾਂ ਤਾਂ ਮੈਨੂੰ ਮਖੌਲ ਕਰ ਛੱਡਦੇ ਸਨ ਕਿ ਕਾਕਾ ਮੈਂ ਕੋਈ ਬਾਲ ਜੰਮਣਾ ਹੈ। ਆਪਣੀ ਮਾਮੀ ਨੂੰ ਵਿਖਾ ਲਿਆ ਜਿੱਥੇ ਮਰਜ਼ੀ। ਖੈਰ, ਪਹਿਲਾਂ ਚਾਹ ਪਾਣੀ ਛਕਣਾ ਹੈ ਕਿ ਭੋਗ ਸੁਣਨਾ ਹੈ? ਡਾਕਟਰ, ਥੋੜੀ ਚਾਹ ਪਿਲਾ ਦਿਓ ਤਾਂ ਚੰਗਾ ਹੀ ਹੈ। ਬੜੀ ਠੰਡ ਸੀ ਜਦੋਂ ਅੰਮ੍ਰਿਤਸਰੋਂ ਤੁਰਿਆ ਸਾਂ। ਮੋਟਰਸਾਈਕਲ ਤਾਂ ਸਿਆਲ ਵਿੱਚ ਸਜ਼ਾ ਹੀ ਹੁੰਦੀ ਹੈ। ਗੁਰਦਿਆਲ ਸਿੰਘ ਨੇ ਮਹਿਰੇ ਨੂੰ ਆਵਾਜ਼ ਮਾਰੀ ਅਤੇ ਡਾਕਟਰ ਸਾਹਿਬ ਦੀ ਸੇਵਾ ਕਰਨ ਲਈ ਨਾਲ ਭੇਜ ਦਿੱਤਾ। ਆਪ ਉਸੇ ਸੇਵਾ ਤੇ ਖੜਾ ਰਿਹਾ। ਸਰਦਾਰ ਕਰਮ ਸਿੰਘ ਵਿਰਕ ਨੂੰ ਤਰਨਤਾਰਨ ਹਲਕੇ ਦੀ ਪੁਲਿਸ ਦਾ ਮੁਖੀ ਲੱਗੇ ਨੂੰ 2-2.5 ਮਹੀਨੇ ਹੀ ਹੋਏ ਸਨ। ਬੜਾ ਗੁਰਮੁਖ ਅਤੇ ਸੱਚਾ ਸੁੱਚਾ ਮਨੁੱਖ ਸੀ। ਸਰਦਾਰ ਕਰਮ ਸਿੰਘ ਆਪਣੀ ਇਕਲੌਤੀ ਖੂਬਸੂਰਤ ਵਿਦਵਾਨ ਅਤੇ ਸੁਘੜ ਲੜਕੀ ਦਾ ਰਿਸ਼ਤਾ
ਕਿਸੇ ਚੰਗੇ ਸਰਦੇ ਪੁੱਜਦੇ ਘਰ ਗੁਰਸਿੱਖੀ ਖਿਆਲਾਂ ਵਾਲੇ ਲੜਕੇ ਨਾਲ ਕਰਨ ਲਈ ਕਈ ਚਿਰ ਤੋਂ ਯਤਨਸ਼ੀਲ ਸੀ। ਕਿਸੇ ਸੱਜਣ ਨੇ ਗੁਰਦਿਆਲ ਸਿੰਘ ਦੀ ਦੱਸ ਪਾਈ। ਜਦ ਘਰ ਘਾਟ ਦੇ ਨਾਲ ਗੁਰਦਿਆਲ ਸਿੰਘ ਨੂੰ ਵੇਖਿਆ ਤਾਂ ਸਰਦਾਰ ਕਰਮ ਸਿੰਘ ਮੋਹਿਆ ਗਿਆ। ਉਸ ਨੇ ਰਿਸ਼ਤੇ ਦੀ ਗੱਲ ਤੋਰ ਦਿੱਤੀ ਸੀ ਅਤੇ ਦੋਵੇਂ ਧਿਰਾਂ ਸੋਚ ਵਿਚਾਰ ਕਰ ਰਹੀਆਂ ਸਨ। ਸਰਦਾਰ ਕਰਮ ਸਿੰਘ ਕੈਰੋਂ ਦੀ ਪੁਲਿਸ ਚੌਂਕੀ ਦੀ ਪੜਤਾਲ ਕਰਨ ਆਇਆ ਹੋਇਆ ਸੀ। ਉਸ ਨੂੰ ਪਤਾ ਲੱਗਾ ਕਿ ਲੋਕੇ ਪਿੰਡ ਦੇ ਸਰਦਾਰਾਂ ਦੇ ਘਰ ਅਖੰਡ ਪਾਠ ਦਾ ਭੋਗ ਹੈ। ਉਸ ਨੇ ਇਹ ਤਾਂ ਸੁਣਿਆ ਹੋਇਆ ਸੀ ਕਿ ਗੁਰਦਿਆਲ ਸਿੰਘ ਦੇ ਨਾਨਕੇ ਇਸ ਪਿੰਡ ਹਨ, ਪਰ ਰਿਸ਼ਤੇ ਦੀ ਗੱਲ ਤੁਰੀ ਨੂੰ 4-5 ਦਿਨ ਹੋਣ ਕਰਕੇ ਗੁਰਦਿਆਲ ਸਿੰਘ ਨਾਨਕੇ ਘਰ ਵਿੱਚੋਂ ਕਿਸੇ ਨਾਲ ਸਰਦਾਰ ਕਰਮ ਸਿੰਘ ਦੀ ਅਜੇ ਕੋਈ ਜਾਣ ਪਛਾਣ ਨਹੀਂ ਸੀ। ਫਿਰ ਵੀ ਮਨ ਬਣ ਗਿਆ ਕਿ ਉਹ ਵੀ ਭੋਗ 'ਤੇ ਚਲਾ ਚੱਲੇ। ਹੋ ਸਕਦਾ ਹੈ ਗੁਰਦਿਆਲ ਸਿੰਘ ਵੀ ਆਇਆ ਹੋਵੇ। ਸਰਦਾਰ ਕਰਮ ਸਿੰਘ ਨੇ ਵੀ ਝੰਡੀ ਵਾਲੀ ਜੀਪ ਲਿਆ ਖੜੀ ਕੀਤੀ। ਚੌਂਕੀ ਕੈਰੋਂ ਦੇ ਮੁਲਾਜ਼ਮ ਅਤੇ ਥਾਣਾ ਸਰਹਾਲੀ ਦੇ SHO ਨੇ ਆਪਣੇ ਕਪਤਾਨ ਸਾਹਿਬ ਦੇ ਮਗਰ ਆਉਣਾ ਹੀ ਸੀ। ਗੁਰਦਿਆਲ ਸਿੰਘ ਨੇ ਬੜੇ ਸਤਿਕਾਰ ਨਾਲ ਫਤਿਹ ਬੁਲਾਈ ਅਤੇ ਦੱਸਿਆ ਕਿ ਇਹ ਉਹਨਾਂ ਦੇ ਮਾਮਾ ਜੀ ਦਾ ਘਰ ਹੈ। ਸ਼ਲੋਕ ਪੜ੍ਹੇ ਜਾ ਰਹੇ ਸਨ, ਸੋ ਸਰਦਾਰ ਕਰਮ ਸਿੰਘ ਸਿੱਧੇ ਸੰਗਤ ਵਿੱਚ ਜਾ ਹਾਜ਼ਰ ਹੋਏ। ਗੁਰਦਿਆਲ ਸਿੰਘ ਨੇ ਅਮਲੇ ਫੈਲੇ ਲਈ ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਕਰਵਾ ਦਿੱਤਾ। ਭੋਗ ਪੈਣ ਉਪਰੰਤ ਸੰਤ ਰਾਮ ਸਿੰਘ ਨੇ ਸੰਗਤ ਵਿੱਚ ਵਧਾਈ ਦਿੰਦਿਆਂ ਖੁਸ਼ੀ ਦੀ ਖਬਰ ਸੁਣਾਈ ਕਿ ਸਤਿਗੁਰਾਂ ਨੇ ਸਰਦਾਰ ਝੰਡਾ ਸਿੰਘ 'ਤੇ ਮਿਹਰ ਕਰ ਦਿੱਤੀ ਹੈ ਅਤੇ ਸਾਡਾ ਬਚਨ ਹੈ ਕਿ ਬੀਬੀ ਸ਼ਾਮ ਕੌਰ ਦੇ ਘਰ ਵਾਹਿਗੁਰੂ ਜ਼ਰੂਰ ਪੁੱਤਰ ਦੀ ਦਾਤ ਬਖਸ਼ਣਗੇ। ਟਹਿਲ ਸਿੰਘ ਤੇ ਨਾਹਰ ਸਿੰਘ ਨੇ ਵਾਰੀ-ਵਾਰੀ ਖੁਸ਼ੀ ਦੇ 5 ਜੈਕਾਰੇ ਛੱਡੇ ਤੇ ਕੀਰਤਨ ਆਰੰਭ ਹੋ ਗਿਆ। ਗੁਰਦਿਆਲ ਸਿੰਘ ਨੇ ਡਾਕਟਰ ਭਗਤ ਰਾਮ ਨੂੰ ਸੰਗਤ ਵਿੱਚੋਂ ਉਠਾਇਆ ਅਤੇ ਦੋਵੇਂ ਬੈਠਕ ਵਿੱਚ ਜਾ ਬੈਠੇ। ਗੁਰਦਿਆਲ ਸਿੰਘ: ਡਾਕਟਰ ਜੀ, ਤੁਹਾਡਾ ਟੈਸਟ ਝੂਠਾ ਹੈ ਕਿ ਇਸ ਸੰਤ ਦਾ ਬਚਨ ਝੂਠਾ ਹੈ। ਉਸ ਨੇ ਇਹ ਖੁਸ਼ਖਬਰੀ ਕੀ ਸੁਣਾਈ ਹੈ? ਡਾਕਟਰ: ਮੈਂ ਤਾਂ ਆਪ ਬੜਾ ਹੈਰਾਨ ਹਾਂ। ਮੇਰਾ ਟੈਸਟ ਕਦੇ ਗਲਤ ਨਹੀਂ ਹੋ ਸਕਦਾ। ਇਹ ਕੋਈ ਹੋਰ ਪਾਣਾ ਵਰਤਿਆ ਹੈ। ਗੁਰਦਿਆਲ ਸਿੰਘ: ਡਾਕਟਰ ਜੀ, ਤੁਸੀਂ ਕਿਰਪਾ ਕਰਕੇ ਹੁਣੇ ਹੀ ਸਾਰੀ ਗੱਲ ਮਾਮਾ ਜੀ ਨੂੰ ਸਮਝਾਓ, ਕਿਤੇ ਹੋਰ ਵੀ ਲੋਟ ਨਾ ਜਾਈਏ। ਉਹ ਤਾਂ ਸੰਤ ਡੇਰੇ ਲਈ ਸੋਨੇ ਦੇ ਕਈ ਕੜੇ ਅਤੇ ਹੋਰ ਕੀਮਤੀ ਸਮਾਨ ਬਣਵਾਈ ਫਿਰਦੇ ਹਨ। ਡਾਕਟਰ ਭਗਤ ਰਾਮ ਨੇ ਝੱਟ ਝੰਡਾ ਸਿੰਘ ਨੂੰ ਬੁਲਾ ਕੇ ਸਾਰੀ ਗੱਲ ਸਮਝਾ ਦਿੱਤੀ। ਸਮਝਦਿਆਂ ਹੀ ਝੰਡਾ ਸਿੰਘ ਨੇ ਅੰਦਰ ਵੜ ਕੇ ਬੂਹਾ ਬੰਦ ਕਰ ਲਿਆ। ਗੁਰਦਿਆਲ ਸਿੰਘ ਬੜੀ ਮੁਸ਼ਕਲ ਨਾਲ ਬੂਹਾ ਖੁਲਾ ਕੇ ਮਾਮਾ ਜੀ ਨੂੰ ਸਾਂਭਿਆ। ਝੰਡਾ ਸਿੰਘ ਇਹੀ ਕਹੀ ਜਾਂਦਾ ਸੀ ਕਿ ਕਾਕਾ, ਮੈਂ ਆਪਣੇ ਹੱਥੀਂ ਤੇਰੀ ਦੇਵੀ ਮਾਮੀ ਨੂੰ ਹਲਾਲ ਕੀਤਾ ਹੈ। ਉਹ ਵਿਚਾਰੀ ਤਾਂ ਦੁਹਾਈ ਦੇਣ ਲੱਗ ਪਈ ਸੀ ਕਿ ਇਹ ਲੁੱਚੇ ਨੇ। ਸੰਤ ਕੰਜਰ ਦੀ ਗੱਲ ਵਿੱਚ ਆ ਕੇ ਮੈਂ ਪਾਪੀ ਨੇ ਆਪਣੇ ਸੁਘੜ ਸਿਆਣੇ ਪੁੱਤਰ 'ਤੇ ਵੀ ਰੋਸ ਕਰ ਲਿਆ। ਗੁਰਦਿਆਲ ਸਿੰਘ ਨੇ ਆਪਣੀ ਮਾਤਾ ਜੀ ਨੂੰ ਬੁਲਾ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਫਿਰ ਸਰਦਾਰ ਕਰਮ ਸਿੰਘ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਸਰਦਾਰ ਕਰਮ ਸਿੰਘ ਨੇ ਪੁੱਛਿਆ, ਕਰਮ ਸਿੰਘ, ਖਾਨਦਾਨ ਦੀ ਬਦਨਾਮੀ ਦੇ ਡਰ ਤੋਂ ਕੀ ਚੁੱਪ ਰਹਿਣਾ ਠੀਕ ਤਾਂ ਨਹੀਂ? ਗੁਰਦਿਆਲ ਸਿੰਘ: ਸਰਦਾਰ ਸਾਹਿਬ, ਬਦਨਾਮੀ ਦਾ ਡਰ ਪਾਪੀਆਂ ਨੂੰ ਜਾਂ ਬੇਈਮਾਨਾਂ ਨੂੰ ਹੁੰਦਾ ਹੈ। ਸੱਚ ਦੀ ਵੀ ਕਦੇ ਬਦਨਾਮੀ ਹੁੰਦੀ ਹੈ। ਆਪੇ ਸਮੇਂ ਨਾਲ ਅਸਲੀਅਤ ਨੰਗੀ ਹੋ ਜਾਇਆ ਕਰਦੀ ਹੈ। ਦੇਵਤਾ ਸਰੂਪ ਮਨੁੱਖ ਨਾਲ ਧਰੋਹ ਕਰਨ ਵਾਲੇ ਅਜਿਹੇ ਜ਼ਾਲਮਾਂ ਨੂੰ ਕਿਸੇ ਵੀ ਹਾਲਤ ਵਿੱਚ ਮਾਫ਼ ਕਰ ਦੇਣ ਨਾਲੋਂ ਮੈਂ ਆਪਣੀ ਆਤਮ ਹੱਤਿਆ ਕਰ ਲੈਣੀ ਚੰਗੀ ਸਮਝਦਾ ਹਾਂ। ਸਤਿਗੁਰਾਂ ਨੇ ਇਸ ਬਦਮਾਸ਼ੀ ਦੇ ਗੜ੍ਹ ਨੂੰ ਬੰਦ ਕਰਨ ਵਾਸਤੇ ਹੀ ਸ਼ਾਇਦ ਇਸ ਚੰਡਾਲ ਚੌਂਕੜੀ ਨੂੰ ਸਾਡੇ ਘਰ ਪੰਗਾ ਲੈਣ ਦੀ ਪ੍ਰੇਰਨਾ ਕੀਤੀ ਹੋਵੇ। ਬੀਬੀ ਨਿਰਮਲ ਕੌਰ ਦਾ ਵਿਚਾਰ ਵੀ ਇਹੋ ਸੀ। ਉਹਨਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸੇ ਜ਼ੁਲਮ 'ਤੇ ਪਰਦਾ ਪਾਉਣਾ ਵੀ ਓਨਾ ਹੀ ਬੁਰਾ ਹੈ ਜਿੰਨਾ ਕਿਸੇ ਨੇਕੀ ਦਾ ਗਲ ਘੋਟਣਾ। ਸਾਰੀ ਵਿਚਾਰ ਉਪਰੰਤ ਸਰਦਾਰ ਕਰਮ ਸਿੰਘ ਨੇ ਬੀਬੀ ਨਿਰਮਲ ਕੌਰ ਨੂੰ ਕਿਹਾ ਕਿ ਉਹ ਬੱਚੀ ਸ਼ਾਮ ਕੌਰ ਨੂੰ ਦਿਲਾਸਾ ਦੇਣ ਅਤੇ ਕਹਿਣ ਕਿ ਉਸ ਨੂੰ ਦੁਖੀ ਹੋਣ ਦੀ ਕੋਈ ਲੋੜ ਨਹੀਂ। ਉਸ ਨੇ ਕੋਈ ਭੁੱਲ ਨਹੀਂ ਕੀਤੀ। ਭੁੱਲ ਸਾਡੀ ਹੈ ਅਤੇ ਅਪਰਾਧ ਉਹਨਾਂ ਬਦਮਾਸ਼ਾਂ ਦਾ ਹੈ। ਦੁਖੀ ਅਸੀਂ ਜਾਂ ਉਹ ਲੁੱਚੇ ਹੋਣ, ਸਾਡੀ ਦੇਵੀ ਧੀ ਕਿਉਂ ਦੁਖੀ ਹੋਵੇ? ਤਕੜੀ ਹੋ ਕੇ ਸਾਰੀ ਗੱਲ ਨੰਗੀ ਕਰੇ। ਝੰਡਾ ਸਿੰਘ ਪਹਿਲਾਂ ਹੀ ਉਸ ਦੇ ਗਲ ਲੱਗ ਕੇ ਰੋਂਦਾ ਹੋਇਆ ਆਪਣੇ ਸਿਰ ਦੁਹੱਥੜਾਂ ਮਾਰਦਾ ਕਹਿ ਰਿਹਾ ਸੀ ਕਿ ਮੇਰਾ ਹੀ ਸਿਰ ਭੌਂ ਗਿਆ ਹੋਇਆ ਸੀ। ਇੰਨੇ ਨੂੰ ਸਾਰੇ ਜੀ ਉੱਥੇ ਹੀ ਜਾ ਜੁੜੇ। ਗੁਰਦਿਆਲ ਸਿੰਘ ਅਤੇ ਕਰਮ ਸਿੰਘ ਨੇ ਅਜਿਹੀਆਂ ਗੱਲਾਂ ਕੀਤੀਆਂ ਕਿ ਬੀਬੀ ਸ਼ਾਮੋਂ
ਸ਼ੇਰਨੀ ਬਣ ਗਈ ਅਤੇ ਬੜੇ ਰੋਹ ਵਿੱਚ ਆਪਣੇ ਦੁੱਖ ਦੀ ਵਿਥਿਆ ਕਹਿ ਸੁਣਾਈ। ਬੀਬੀ ਦੀ ਵਿਥਿਆ ਸੁਣ ਕੇ ਕਿਹੜੀ ਅੱਖ ਸੀ ਜਿਸ ਵਿੱਚੋਂ ਪਰਲ ਪਰਲ ਪਾਣੀ ਨਹੀਂ ਸੀ ਵਹਿ ਤੁਰਿਆ। ਬੀਬੀ ਨੇ ਜਦ ਇਹ ਦੱਸਿਆ ਕਿ ਸ਼ੁੱਧੀ ਦੇ ਪਖੰਡ ਵਾਲੀ ਰਾਤ ਟਹਿਲ ਸਿੰਘ ਨੂੰ ਪਹਿਲਾਂ ਹੀ ਸੰਤ ਨੇ ਆਪਣੇ ਪਲੰਘ ਹੇਠਾਂ ਲੁਕਾਇਆ ਹੋਇਆ ਸੀ ਤਾਂ ਝੰਡਾ ਸਿੰਘ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਇਹ ਕਹਿੰਦੇ ਹੋਏ ਨੇ ਕਿ ਹੁਣ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ। ਉਸ ਨੇ ਆਪਣੇ ਦੁਨਾਲੀ ਬੰਦੂਕ ਨੂੰ ਜਾ ਹੱਥ ਪਾਇਆ। ਬੀਬੀ ਸ਼ਾਮੋ ਨੇ ਤਰਲੇ ਨਾਲ ਕਿਹਾ ਕਿ ਤੁਸੀਂ ਇਸੇ ਜਿਗਰੇ ਤੇ ਮੈਨੂੰ ਸਾਰੀ ਗੱਲ ਦੱਸਣ ਲਈ ਕਹਿ ਰਹੇ ਸੋ। ਸਰਦਾਰ ਕਰਮ ਸਿੰਘ, ਬੀਬੀ ਨਿਰਮਲ ਕੌਰ ਅਤੇ ਗੁਰਦਿਆਲ ਸਿੰਘ ਨੇ ਮਸਾਂ ਹੀ ਉਸ ਨੂੰ ਸ਼ਾਂਤ ਕੀਤਾ। ਗੁਰਦਿਆਲ ਸਿੰਘ ਨੇ ਦ੍ਰਿੜਤਾ ਧਾਰਦਿਆਂ ਕਿਹਾ ਕਿ ਆਓ ਗੁਰੂ ਮਹਾਰਾਜ ਦਾ ਸਰੂਪ ਘਰ ਲੈ ਚੱਲੀਏ। ਸਰਦਾਰ ਕਰਮ ਸਿੰਘ ਜੀ ਨੇ SHO ਸਰਹਾਲੀ ਨੂੰ ਸੁਚੇਤ ਕਰ ਦਿੱਤਾ ਕਿ ਸੰਤ ਸਮੇਤ ਇਹਨਾਂ ਡੇਰੇ ਵਾਲੇ ਸੇਵਾਦਾਰਾਂ 'ਤੇ ਕਰੜੀ ਨਜ਼ਰ ਰੱਖੀ ਜਾਏ। ਉਸ ਵੇਲੇ ਤਾਈਂ ਪੰਡੋਰੀ ਵਾਲੇ ਤਪ ਅਸਥਾਨ ਤੋਂ ਸੰਤ ਦੀ ਵੈਨ ਅਤੇ ਕਾਰ ਵੀ ਆ ਗਈਆਂ ਸਨ। ਸਰਦਾਰ ਗੁਰਦਿਆਲ ਸਿੰਘ ਨੇ ਜਾ ਕੇ ਸੰਗਤ ਨੂੰ ਬੇਨਤੀ ਕੀਤੀ, ਅਚਨਚੇਤ ਕੋਈ ਮਾੜੀ ਖਬਰ ਸੁਣ ਲਈ ਹੈ, ਇਸ ਲਈ ਭੋਗ ਛੇਤੀ ਪਾਉਣਾ ਹੈ। ਕੀਰਤਨ ਬੰਦ ਕਰਵਾ ਕੇ ਅਰਦਾਸ ਕੀਤੀ ਅਤੇ ਸਰਦਾਰ ਗੁਰਦਿਆਲ ਸਿੰਘ ਨੇ ਮੁੱਖ ਵਾਕ ਲਿਆ। ਗਿਆਨ ਸਿੰਘ, ਈਸ਼ਰ ਸਿੰਘ ਦੇ ਨਾਲ 2 ਸੇਵਾਦਾਰ ਹੋਰ ਲੱਗੇ ਤੇ ਪ੍ਰਸ਼ਾਦ ਵਰਤਾਇਆ ਗਿਆ। ਇੰਨੇ ਵਿੱਚ ਸਰਦਾਰ ਗੁਰਦਿਆਲ ਸਿੰਘ ਨੇ ਮਹਾਰਾਜ ਦਾ ਸੁੱਖ ਆਸਨ ਕਰਕੇ ਕਮਰ ਕੱਸਾ ਲਾ ਦਿੱਤਾ। ਫਿਰ ਗੁਰਦਿਆਲ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ ਕਿ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕ ਕੇ ਹੀ ਘਰਾਂ ਨੂੰ ਜਾਏ। ਡੇਰੇ ਵਿੱਚੋਂ ਗਿਆਨ ਸਿੰਘ ਅਤੇ ਈਸ਼ਰ ਸਿੰਘ ਨੂੰ ਗੁਰਦਿਆਲ ਸਿੰਘ ਨੇ ਨਾਲ ਲੈ ਲਿਆ। ਸਰਦਾਰ ਕਰਮ ਸਿੰਘ, ਝੰਡਾ ਸਿੰਘ ਪਹਿਲਾਂ ਹੀ ਨਾਲ ਸਨ। ਇਹ 5 ਸਿੰਘ ਗੁਰੂ ਮਹਾਰਾਜ ਦਾ ਸਰੂਪ ਗੁਰੂ ਘਰ ਛੱਡ ਆਏ। ਸੰਤ ਰਾਮ ਸਿੰਘ ਨੂੰ ਸਭ ਕੁਝ ਸੁੱਝ ਚੁੱਕਾ ਸੀ। ਉਸ ਨੇ ਸੰਗਤ ਦੀ ਹਾਜ਼ਰੀ ਦਾ ਲਾਭ ਲੈ ਕੇ ਆਪਣਾ ਸਮਾਨ ਵੈਨ ਵਿੱਚ ਰਖਵਾਉਣਾ ਸ਼ੁਰੂ ਕਰ ਦਿੱਤਾ। ਸਰਹਾਲੀ ਥਾਣੇ ਦੇ ਥਾਣੇਦਾਰ ਸਰਦਾਰ ਬਾਵਾ ਸਿੰਘ ਨੇ ਜਦ ਕੋਈ ਦਖਲ ਨਾ ਦਿੱਤਾ ਤਾਂ ਸੰਤ ਕੁਟੀਆ ਵਾਲਾ ਸਾਰਾ ਸਮਾਨ ਬਿਸਤਰੇ ਆਦਿ ਦੇ ਸਮੇਤ ਵੈਨ ਵਿੱਚ ਰੱਖ ਦਿੱਤਾ। ਭੇਟਾ ਕੀਤੇ ਸਮਾਨ ਬਾਰੇ ਜਾਂ ਮਾਇਆ ਬਾਰੇ ਕੋਈ ਅਰਦਾਸ ਅਜੇ ਨਹੀਂ ਸੀ ਹੋਈ। ਫਿਰ ਵੀ ਸਾਰਾ ਚੜ੍ਹਤ ਚੜਾਵਾ ਬਿਨਾਂ ਕਿਸੇ ਨੂੰ ਪੁੱਛਣ ਦੀ ਲੋੜ ਸਮਝਦਿਆਂ ਸੰਤ ਜੀ ਨੇ ਸਭ ਕੁਝ ਵੈਨ ਵਿੱਚ ਅਤੇ ਕਾਰ ਵਿੱਚ ਰਖਵਾ ਲਿਆ। SHO ਦੀ ਚੁੱਪ ਤੋਂ ਦਲੇਰ ਹੋ ਕੇ ਸੰਤ ਰਾਮ ਸਿੰਘ ਖਿਸਕ ਜਾਣ ਦੀ ਨੀਅਤ ਨਾਲ ਆਪਣੇ ਸਾਥੀਆਂ ਭਾਈ ਨਾਰ ਸਿੰਘ, ਜੀਵਨ ਸਿੰਘ ਅਤੇ ਟਹਿਲ ਸਿੰਘ ਨੂੰ ਨਾਲ ਲੈ ਕੇ ਕਾਰ ਵਿੱਚ ਬੈਠ ਗਿਆ। ਫਿਰ ਜਦ ਦੋਹਾਂ ਗੱਡੀਆਂ ਦੇ ਡਰਾਈਵਰ ਵੀ ਬੈਠ ਗਏ ਤਾਂ ਪੁਲਿਸ ਦੇ ਕਰਮਚਾਰੀਆਂ ਨੇ ਦੋਹਾਂ ਗੱਡੀਆਂ ਦੀਆਂ ਚਾਬੀਆਂ ਲੈ ਲਈਆਂ ਅਤੇ ਗੱਡੀ ਨੂੰ ਘੇਰਾ ਪਾ ਕੇ ਸਾਰਿਆਂ ਨੂੰ ਅੰਦਰੇ ਬੈਠੇ ਰਹਿਣ ਦਾ ਹੁਕਮ ਦੇ ਦਿੱਤਾ। ਗੁਰਦਿਆਲ ਸਿੰਘ ਨੇ ਸਾਥੀ ਸਿੰਘਾਂ ਨਾਲ ਗੁਰਦੁਆਰਿਓਂ ਪਰਤ ਕੇ ਲੰਗਰ ਛਕਿਆ ਅਤੇ ਰਹਿੰਦੀ ਸੰਗਤ ਨੂੰ ਬੜੇ ਪਿਆਰ ਸਤਿਕਾਰ ਨਾਲ ਵਿਦਾ ਕੀਤਾ। ਸਰਦਾਰ ਕਰਮ ਸਿੰਘ ਦੇ ਕਹਿਣ 'ਤੇ ਉਹਨਾਂ ਲਈ ਸੰਤ ਕੁਟੀਆ ਵਿੱਚ ਹੀ ਮੇਜ਼ ਕੁਰਸੀ ਰੱਖ ਦਿੱਤੀ ਗਈ। ਸਰਦਾਰ ਬਾਵਾ ਸਿੰਘ ਨੂੰ ਬੁਲਾ ਕੇ ਸੰਤ ਰਾਮ ਸਿੰਘ ਅਤੇ ਬਾਕੀ ਉਸ ਦੇ ਨਾਲ ਬੈਠੇ ਸਾਥੀਆਂ ਦੇ ਵਿਰੁੱਧ ਧੋਖਾ ਦੇਣ, ਠੱਗੀਆਂ ਮਾਰਨ, ਚੋਰੀ ਅਤੇ ਬਲਾਤਕਾਰ ਦਾ ਮੁਕੱਦਮਾ ਲਿਖਾ ਦਿੱਤਾ। ਪ੍ਰੀਤਮ ਕੌਰ ਨੂੰ ਇਹਨਾਂ ਅਪਰਾਧਾਂ ਦੇ ਨੇਪਰੇ ਚਾੜ੍ਹਨ ਦੀ ਸਾਜ਼ਿਸ਼ ਵਿੱਚ ਸਾਵਾਂ ਨੱਥ ਲਿਆ। ਫਿਰ ਬੀਬੀ ਸ਼ਾਮ ਕੌਰ ਅਤੇ ਸਰਦਾਰ ਝੰਡਾ ਸਿੰਘ ਦੀ ਸਹੀ ਪਵਾ ਲਈ। ਘਰਦਿਆਂ ਤੋਂ ਪੁੱਛੇ ਬਿਨਾਂ ਵੈਨ ਅਥਵਾ ਕਾਰ ਵਿੱਚ ਰੱਖੇ ਸਮਾਨ ਸਮੇਤ ਦੋਵੇਂ ਗੱਡੀਆਂ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਕਰ ਲਈਆਂ। ਸਰਦਾਰ ਕਰਮ ਸਿੰਘ ਨੇ ਸਰਦਾਰ ਬਾਵਾ ਸਿੰਘ ਨੂੰ ਕਹਿ ਕੇ ਰਾਮ ਸਿੰਘ ਦੋਸ਼ੀ ਨੂੰ ਸੰਤ ਕੁਟੀਆ ਵਿੱਚ ਮੰਗਵਾ ਕੇ ਪੁੱਛਿਆ, ਕਰਮ ਸਿੰਘ, ਕਿਉਂ ਭਾਈ ਸੰਤਾ, ਤੈਨੂੰ ਪਤਾ ਲੱਗ ਗਿਆ ਹੈ ਕਿ ਤੇਰੇ ਨਾਲ ਹੁਣ ਕੀ ਵਾਪਰਨੀ ਹੈ? ਰਾਮ ਸਿੰਘ ਡਰ ਨਾਲ ਕੰਬਦੇ ਰਾਮ ਸਿੰਘ ਨੇ ਕਿਹਾ, ਮਹਾਰਾਜ ਕਪਤਾਨ ਸਾਹਿਬ ਜੀ, ਹੁਣ ਲੁਕਾ ਕਿਸ ਗੱਲ ਦਾ ਰਹਿ ਗਿਆ? ਮੈਂ ਆਪਣੀਆਂ ਕੀਤੀਆਂ ਦਾ ਫਲ ਭੁਗਤਣ ਲਈ ਤਿਆਰ ਹਾਂ। ਬੇਨਤੀ ਹੈ ਕਿ ਮੇਰੀ ਵਾਧੂ ਬੇਇੱਜ਼ਤੀ ਨਾ ਕੀਤੀ ਜਾਵੇ। ਜਿਹੜੀ ਗੱਲ ਤੁਸੀਂ ਪੁੱਛੋਗੇ ਮੈਂ ਸੱਚੋ ਸੱਚ ਦੱਸੀ ਜਾਵਾਂਗਾ। ਕਰਮ ਸਿੰਘ, ਸੱਚ ਦੱਸ ਦੇਣ ਵਾਲਾ ਤੂੰ ਸਾਡੇ ਤੇ ਉਪਕਾਰ ਨਾ ਕਰ। ਸੱਚ ਤਾਂ ਅਸਾਂ ਲੱਭ ਹੀ ਲੈਣਾ। ਮੈਂ ਸਿਰਫ ਹਾਲੀ ਇਹੀ ਪੁੱਛਣਾ ਸੀ ਕਿ ਬੀਬੀ ਸ਼ਾਮ ਕੌਰ ਨੇ ਜਾਂ ਸਰਦਾਰ ਝੰਡਾ ਸਿੰਘ ਹੋਰਾਂ ਤੇਰੇ ਤੇ ਕੋਈ ਝੂਠਾ ਦੋਸ਼ ਤਾਂ ਨਹੀਂ ਲਾਇਆ? ਰਾਮ ਸਿੰਘ, ਮਹਾਰਾਜ ਸਭ ਸੱਚ ਹੈ, ਸਭ ਸੱਚ ਹੈ ਜੀ, ਸਭ ਸੱਚ ਹੈ।
ਸ਼ਾਇਦ ਬੀਬੀ ਸ਼ਾਮੋ ਨੇ ਮੇਰੇ ਸਰਾਪ ਤੋਂ ਡਰਦੀ ਨੇ ਕੋਈ ਗੱਲ ਲੁਕਾ ਭਾਵੇਂ ਲਈ ਹੋਵੇ। ਉਂਝ ਜੋ ਤੁਸਾਂ ਸੁਣਿਆ ਉਸ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ ਹੋ ਸਕਦਾ। ਕਰਮ ਸਿੰਘ, ਸਰਦਾਰ ਬਾਵਾ ਸਿੰਘ, ਇਹ ਤਾਂ ਬਿਨਾਂ ਸੁਣਿਆ ਹੀ ਸਭ ਸੱਚ ਬਕੀ ਜਾ ਰਿਹਾ ਹੈ। ਇਸ ਚੰਡਾਲ ਨੂੰ ਬੀਬੀ ਸ਼ਾਮ ਕੌਰ ਦਾ ਬਿਆਨ ਪੜ੍ਹ ਕੇ ਸੁਣਾ ਦਿਓ। ਸਾਰੇ ਬਿਆਨ ਵਿੱਚੋਂ ਜਦ ਉਸਨੇ ਸੁਣਿਆ ਕਿ ਸ਼ੁੱਧੀ ਵਾਲੀ ਰਾਤ ਉਸਨੇ ਸਰਦਾਰ ਟਹਿਲ ਸਿੰਘ ਨੂੰ ਮੰਜੇ ਹੇਠਾਂ ਲੁਕਾਇਆ ਹੋਇਆ ਸੀ ਅਤੇ ਸਾਰੀ ਰਾਤ ਦੋਵੇਂ ਹੀ ਬਲਾਤਕਾਰ ਕਰਦੇ ਰਹੇ ਸਨ, ਤਾਂ ਸੰਤ ਚਾਦਰਾਂ ਵਾਲਾ ਗਸ਼ ਖਾ ਕੇ ਡਿੱਗ ਪਿਆ। ਹੁਣ ਪੁਰਾਣਾ ਵੈਲੀ ਸੀ, ਛੇਤੀ ਹੀ ਅੱਖਾਂ ਪੁੱਟ ਲਈਆਂ। ਸੁਰਤ ਸਾਂਭਦਿਆਂ ਹੀ ਬਾਬਾ ਰਾਮ ਸਿੰਘ ਚਾਦਰਾਂ ਵਾਲੇ ਨੇ ਆਪਣੀ ਜੇਬ ਵਿੱਚੋਂ ਅਫੀਮ ਦੀ ਡੱਬੀ ਕੱਢ ਕੇ ਸਰਦਾਰ ਕਰਮ ਸਿੰਘ ਦੇ ਅੱਗੇ ਰੱਖ ਦਿੱਤੀ ਅਤੇ ਇਹ ਵੀ ਮੰਨਿਆ ਕਿ ਯੂਪੀ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਵੀ ਉਸ ਦਾ ਇੱਕ ਡੇਰਾ ਚੱਲਦਾ ਹੈ। ਗੁਰਦਿਆਲ ਸਿੰਘ ਹੋਣਾ ਵਿੱਚੋਂ ਕਿਸੇ ਨੇ ਹੋਸ਼ੀ ਅਤੇ ਬਦਲੇ ਦੀ ਅੱਗ ਨਾਲ ਸੜਿਆਂ ਵਾਲੀ ਕੋਈ ਗੱਲ ਨਾ ਕੀਤੀ। ਗਿਆਨ ਸਿੰਘ ਅਤੇ ਭਾਈ ਈਸ਼ਰ ਸਿੰਘ ਵੀ ਕੋਲ ਖੜੇ ਆਪਣੇ ਸੰਤ ਦੀ ਹਾਲਤ ਦੇਖ ਰਹੇ ਸਨ। ਬੁਥਾੜ ਢਿੱਲਾ ਕਰੀ ਖੜਾ ਇਹ ਨੀਚ ਅਜੇ ਸਵੇਰੇ ਹੀ ਗੁਰੂ ਨਾਨਕ ਸਾਹਿਬ ਬਣਿਆ ਹੋਇਆ ਸੀ। ਕਪਤਾਨ ਸਾਹਿਬ ਦੇ ਹੁਕਮ ਨਾਲ ਸਰਦਾਰ ਬਾਵਾ ਸਿੰਘ ਨੇ ਬੀਬੀ ਪ੍ਰੀਤੋ ਨੂੰ ਵੀ ਜਾ ਕਾਬੂ ਕੀਤਾ ਅਤੇ ਸਾਰਿਆਂ ਨੂੰ ਸਰਹਾਲੀ ਲੈ ਗਏ। ਪੰਡੋਰੀ ਜਾ ਕੇ ਡੇਰੇ ਦੀ ਤਲਾਸ਼ੀ ਲਈ ਗਈ। 2 ਕਿਲੋ ਅਫੀਮ ਦੇ ਨਾਲ 10 ਮਰਲੇ ਪੋਸਤ ਬੀਜਿਆ ਵੀ ਫੜਿਆ ਗਿਆ। ਯੂਪੀ ਡੇਰੇ ਤੇ ਅਚਨਚੇਤ ਛਾਪਾ ਵੱਜਾ ਤਾਂ ਉੱਥੋਂ ਵੀ ਨਜਾਇਜ਼ ਹਥਿਆਰ ਅਤੇ ਅਫੀਮ ਫੜੀ ਗਈ। ਉਸ ਅੱਡੇ ਨੂੰ ਰਾਮ ਸਿੰਘ ਦਾ ਮੁੰਡਾ ਚਲਾਉਂਦਾ ਸੀ। ਰਾਮ ਸਿੰਘ ਦੀ ਬਦਮਾਸ਼ੀ ਤਾਂ ਸੰਤ ਪੁਣੇ ਦੇ ਪਰਦੇ ਓਲੇ ਚੱਲ ਰਹੀ ਸੀ ਤੇ ਇੱਧਰ ਮੁੰਡੇ ਦੀ ਬਦਮਾਸ਼ੀ ਉਸ ਦੀ ਰਾਗ ਵਿਦਿਆ ਵਿੱਚ ਡੂੰਘੀ ਵਾਖਬੀ ਅਤੇ ਸੁਰੀਲੇ ਗਲੇ ਨਾਲ ਕੀਤੇ ਜਾਂਦੇ ਰਸਮਈ ਕੀਰਤਨ ਵਿੱਚ ਲੁਕੀ ਹੋਈ ਸੀ। ਪੀਲੀਭੀਤ ਦੇ ਥਾਣੇ ਦੇ ਰਿਕਾਰਡ ਵਿੱਚ ਇਹ ਰਾਮ ਸਿੰਘ ਕਈ ਕੇਸਾਂ ਵਿੱਚ ਇਸ਼ਤਿਹਾਰੀ ਮੁਜਰਮ ਸੀ। ਉਸ ਪੁਲਿਸ ਨੂੰ ਜਦ ਪਤਾ ਲੱਗਾ ਕਿ ਰਾਮ ਸਿੰਘ ਫੜਿਆ ਗਿਆ ਹੈ ਤਾਂ ਉਹਨਾਂ ਵੀ ਆਪਣੇ ਸਾਰੇ ਕੇਸ ਤਿਆਰ ਕਰਨੇ ਆਰੰਭ ਕਰ ਦਿੱਤੇ। ਬੀਬੀ ਸ਼ਾਮੋ ਨੂੰ ਭਾਵੇਂ ਸਰਦਾਰ ਝੰਡਾ ਸਿੰਘ ਬਾਰ-ਬਾਰ ਕਹਿੰਦਾ ਸੀ ਕਿ ਉਸ ਦੇ ਪੇਟ ਵਿਚਲੇ ਬੱਚੇ ਬਾਰੇ ਉਸ ਦਾ ਕੋਈ ਦੋਸ਼ ਨਹੀਂ ਹੈ, ਸਰਦਾਰ ਗੁਰਦਿਆਲ ਸਿੰਘ, ਬੀਬੀ ਨਿਰਮਲ ਕੌਰ ਤੇ ਬਾਕੀ ਸਾਰੇ ਸਾਕ ਸੰਬੰਧੀ ਤਸੱਲੀਆਂ ਕਰਾਉਂਦੇ ਸਨ ਕਿ ਬੱਚੇ ਨੂੰ ਉਹ ਆਪਣਾ ਹੀ ਲਹੂ ਸਮਝ ਕੇ ਪਾਲਣਗੇ। ਪਰ ਸ਼ਾਮੋ ਦੇ ਮਨ ਤੇ ਅਜਿਹਾ ਗਮ ਬੈਠ ਗਿਆ ਸੀ ਕਿ ਉਸ ਦੀ ਹਾਲਤ ਵਿਗੜਦੀ ਹੀ ਗਈ। ਗੁਰਦਿਆਲ ਸਿੰਘ ਬਹੁਤਾ ਆਪਣੀ ਮਾਮੀ ਜੀ ਕੋਲ ਹੀ ਆ ਟਿਕਦਾ ਸੀ। ਡਾਕਟਰ ਭਗਤ ਰਾਮ ਵੀ ਆਪਣੀ ਸਾਰੀ ਵਾਹ ਲਾ ਰਿਹਾ ਸੀ। ਪਰ ਇੱਕ ਦਿਨ ਬੀਬੀ ਦੀ ਹਾਲਤ ਬਹੁਤ ਮੰਦੀ ਹੋ ਗਈ ਤਾਂ ਬੇਹੋਸ਼ ਹੋਈ ਨੂੰ ਚੁੱਕ ਕੇ ਚੰਡੀਗੜ੍ਹ ਦੇ ਵੱਡੇ ਹਸਪਤਾਲ ਲੈ ਗਏ। ਡਾਕਟਰਾਂ ਨੇ ਪੜਤਾਲ ਕਰਕੇ ਦੱਸਿਆ ਕਿ ਬੱਚਾ ਮਰ ਚੁੱਕਾ ਸੀ, ਆਪਰੇਸ਼ਨ ਕਰਨ ਦੀ ਲੋੜ ਸੀ। ਝੰਡਾ ਸਿੰਘ ਨੇ ਫਾਰਮ ਤੇ ਦਸਤਖਤ ਕਰ ਦਿੱਤੇ। ਗੁਰੂ ਦੀ ਕਿਰਪਾ ਨਾਲ ਆਪਰੇਸ਼ਨ ਸਫਲ ਰਿਹਾ। ਸ਼ਾਮੋਂ ਬਚ ਗਈ। ਸਰਕਾਰੀ ਵਕੀਲਾਂ ਦੀ ਸਲਾਹ ਨਾਲ ਬਣੇ ਸਾਰੇ ਦੋਸ਼ਾਂ ਦੇ ਕਾਗਜ਼ਾਂ ਦੇ ਅਤੇ ਲੋਕਾਂ ਨੂੰ ਰਵਾ ਦੇਣ ਵਾਲੇ ਬੀਬੀ ਸ਼ਾਮੋ ਦੇ ਸੱਚੇ ਅਤੇ ਦਰਦ ਭਰੇ ਬਿਆਨ ਦੇ ਕਾਰਨ ਰਾਮ ਸਿੰਘ ਨੂੰ ਕੁੱਲ ਮਿਲਾ ਕੇ 15 ਸਾਲ ਦੀ ਕੈਦ ਸਖਤ ਅਤੇ 20,000 ਰੁਪਏ ਜੁਰਮਾਨਾ ਭਰਨ ਦੀ ਸਜ਼ਾ ਹੋਈ। ਟਹਿਲ ਸਿੰਘ ਨੂੰ 10 ਸਾਲ ਅਤੇ ਬੀਬੀ ਪ੍ਰੀਤੋ ਆਦਿ ਬਾਕੀ ਦੋਸ਼ੀਆਂ ਨੂੰ 5-5 ਸਾਲ ਸਖਤ ਕੈਦ ਦੀ ਸਜ਼ਾ ਹੋਈ। ਫਿਰ ਉਹਨਾਂ ਨੂੰ ਯੂਪੀ ਦੀ ਪੁਲਿਸ ਆਪਣੇ ਕੇਸਾਂ ਵਿੱਚ ਫੜ ਕੇ ਲੈ ਗਈ। ਗਿਆਨ ਸਿੰਘ ਵੀ ਪੁੱਜਾ ਹੋਇਆ ਸੀ। ਹੁਕਮ ਸੁਣ ਕੇ ਕਚਹਿਰੀ ਵਿੱਚੋਂ ਬਾਹਰ ਆਏ। ਗੁਰਦਿਆਲ ਸਿੰਘ ਨੇ ਕਿਹਾ ਕਿ ਇਸ ਸਾਰੇ ਕੁਝ ਦੀ ਵਿਚਾਰ ਕਰਕੇ ਮਨ ਦੁਖੀ ਹੁੰਦਾ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਦੀ ਬਦਨਾਮੀ ਕਰ ਰਹੇ ਹਾਂ। ਗੁਰੂ ਨਾਨਕ ਦਾ ਸਿੱਖ ਅਜਿਹੇ ਕਰਮ ਕਰੇ ਤਾਂ ਲੋਕਾਂ ਨੇ ਸਹਿਜ ਸੁਭਾਅ ਇਹੋ ਕਹਿਣਾ ਹੈ ਕਿ ਜਿੱਥੇ ਸਿੱਖਾਂ ਦੇ ਸੰਤ ਏਡੇ ਨੀਚ ਕਰਮੀ ਹਨ, ਬਾਕੀ ਸਿੱਖ ਕਿੱਡੇ ਕੁ ਚੰਗੇ ਹੋ ਸਕਦੇ ਹਨ। ਬਾਣੇ ਦੇ ਜਿੱਥੇ ਬੜੇ ਗੁਣ ਹਨ, ਉੱਥੇ ਸਿੱਖੀ ਬਾਣੇ ਵਾਲੇ ਦੀ ਗੰਦੀ ਕਰਤੂਤ ਸਾਰੇ ਸਿੱਖਾਂ ਦੇ ਮੂੰਹ ਤੇ ਕਾਲਖ ਮਲ ਦੇਣ ਦਾ ਕਾਰਨ ਬਣਦੀ ਹੈ। ਇਸੇ ਕਰਕੇ ਸਤਿਗੁਰਾਂ ਭੇਖੀ ਨੂੰ ਬਹੁਤਾ ਬੁਰਾ ਕਿਹਾ ਹੈ। ਗੁਰਦਿਆਲ ਸਿੰਘ ਜੀ, ਇੱਕ ਵਾਰੀ ਫੇਰ ਤਸੱਲੀ ਕਰਾ ਦਿਓ ਕਿ ਕੀ ਸਾਰੇ ਹੀ ਸੰਤ ਮਾੜੇ ਹੁੰਦੇ ਹਨ। ਗੁਰਦਿਆਲ ਸਿੰਘ, ਗਿਆਨ ਸਿੰਘ ਜੀ, ਕਦੇ ਤੁਸੀਂ ਪਤਾ ਨਹੀਂ ਕਿਹੋ ਜਿਹਾ ਪ੍ਰਸ਼ਨ ਕਰ ਦਿੰਦੇ ਹੋ। ਭਾਈ ਸਾਹਿਬ, ਸੰਤ ਤਾਂ ਹੁੰਦਾ ਹੀ ਰੱਬ ਦਾ ਰੂਪ ਹੈ। ਸੰਤ ਅਤੇ ਰੱਬ ਵਿੱਚ ਕੋਈ ਅੰਤਰ ਨਹੀਂ ਹੁੰਦਾ। ਰਾਮ ਸੰਤ ਮੈਂ ਭੇਦ ਕਿਛ ਨਾਹੀ।
ਪੰਨਾ 208। ਅਸਲ ਵਿੱਚ ਆਪ ਜੀ ਦਾ ਮਤਲਬ ਡੇਰੇਦਾਰ ਤੋਂ ਹੋਣਾ ਹੈ। ਗਿਆਨ ਸਿੰਘ, ਖਿਮਾ ਕਰਨਾ ਜੀ, ਇਸ ਭੇਖੀ ਸੰਤ ਰਾਮ ਸਿੰਘ ਨੂੰ ਸਦਾ ਸੰਤ ਜੀ ਕਹਿੰਦੇ ਰਹੇ ਸਾਂ। ਉਸ ਚੰਡਾਲ ਦੇ ਕਾਰਨ ਸੰਤ ਮੂੰਹੋਂ ਨਿਕਲ ਗਿਆ ਸੀ। ਮੇਰਾ ਭਾਵ ਡੇਰੇਦਾਰ ਤੋਂ ਹੀ ਹੈ। ਗੁਰਦਿਆਲ ਸਿੰਘ, ਮੇਰਾ ਇੱਕੋ ਅਟਲ ਵਿਸ਼ਵਾਸ ਹੈ ਕਿ ਡੇਰੇਦਾਰ ਪੱਕਾ ਭੇਖੀ ਹੈ, ਭਾਵੇਂ ਇਹ ਸੰਤ ਅਖਵਾਵੇ, ਭਾਵੇਂ ਬਾਬਾ ਅਖਵਾਵੇ ਤੇ ਭਾਵੇਂ ਗੁਰੂ ਦਾ ਨਿਮਾਣਾ ਸਿੱਖ ਬਣ ਬੈਠੇ, ਗੱਲ ਇੱਕੋ ਹੀ ਹੈ। ਮਨੁੱਖਤਾ ਲਈ ਇਹ ਡੇਰੇਦਾਰ ਕਦੇ ਲਾਹੇਵੰਦ ਸਾਬਤ ਨਹੀਂ ਹੋ ਸਕਦਾ। ਭਾਵੇਂ ਕੋਈ ਡੇਰੇਦਾਰ ਰਾਮ ਸਿੰਘ ਵਰਗੇ ਕੰਮ ਨਾ ਵੀ ਕਰਦਾ ਹੋਵੇ, ਫਿਰ ਵੀ ਉਹ ਗ੍ਰਸਤੀ ਕਿਰਤੀ ਨਾਲੋਂ 1000 ਗੁਣਾ ਮਾੜਾ ਹੁੰਦਾ ਹੈ। ਡੇਰਾ ਬਣਾਉਂਦਾ ਹੀ ਉਹ ਹੈ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਲੁੱਟ ਕਰਨ ਦਾ ਲਾਲਚ ਹੁੰਦਾ ਹੈ। ਜੇ ਮਾਇਕ ਲੁੱਟ ਨਾ ਕਰਦਾ ਹੋਵੇ ਤਾਂ ਉਸ ਨੂੰ ਆਪਣੀ ਸੇਵਾ ਕਰਾਉਣ ਦੀ, ਆਪਣੀ ਪੂਜਾ ਕਰਵਾਉਣ ਦੀ ਅਥਵਾ ਆਪਣਾ ਹੁਕਮ ਮਨਵਾਉਣ ਲਈ ਚੇਲੇ ਰੱਖਣ ਦੀ ਲਾਲਸਾ ਜ਼ਰੂਰ ਹੁੰਦੀ ਹੈ। ਸੋ ਇਸ ਤਰ੍ਹਾਂ ਅਜਿਹੇ ਡੇਰੇਦਾਰ ਕਈਆਂ ਮਨੁੱਖਾਂ ਦਾ ਸਮਾਂ ਨਸ਼ਟ ਕਰਨ ਦੇ ਨਾਲ ਉਹਨਾਂ ਦੇ ਅੰਦਰੋਂ ਮਨੁੱਖਤਾ ਵਾਲੇ ਗੁਣ ਘਟਾ ਰਿਹਾ ਹੁੰਦਾ ਹੈ। ਅਜਿਹੇ ਸਾਧਾਂ ਦੇ ਸੇਵਾਦਾਰ ਲੋਕਾਂ ਨੂੰ ਭਰਮਾਉਣ ਦਾ ਅਪਰਾਧ ਕਰਦੇ ਹਨ। ਗੁਰਮਤਿ ਦੇ ਪ੍ਰਚਾਰ ਵਾਸਤੇ ਅੱਡਰਾ ਡੇਰਾ ਬਣਾਉਣਾ ਕਿਸੇ ਹਾਲਤ ਵਿੱਚ ਵੀ ਜ਼ਰੂਰੀ ਨਹੀਂ ਹੈ। ਤੁਸਾਂ ਭਿੰਡਰਾਂ ਵਾਲਿਆਂ ਦੀਆਂ ਲਿਖਤਾਂ ਵੀ ਵਿਚਾਰੀਆਂ ਹਨ। ਇਹ ਸਾਰੇ ਡੇਰਾਦਾਰ ਸਦਾ ਹੀ ਗੁਰੂ ਦੀ ਮੱਤ ਦੇ ਵਿਰੁੱਧ ਕੰਮ ਕਰ ਰਹੇ ਹੁੰਦੇ ਹਨ। ਸੰਤ ਜਰਨੈਲ ਸਿੰਘ ਜੀ ਨੂੰ ਲੋਕਾਂ ਕਲਗੀਧਰ ਦਾ ਰੂਪ ਜਾਣ ਕੇ ਉਹਨਾਂ ਦੇ ਬਚਨਾਂ ਨੂੰ ਅਟਲ ਸੱਚਾਈ ਮੰਨ ਕੇ ਉਹਨਾਂ ਦੇ ਹੁਕਮਾਂ ਅਨੁਸਾਰ ਬੰਦੂਕਾਂ ਫੜ ਕੇ ਖਾਲਿਸਤਾਨ ਲਈ ਜੰਗ ਆਰੰਭਿਆ ਸੀ। ਕੀ ਖੱਟਿਆ? ਸ੍ਰੀ ਅੰਮ੍ਰਿਤਸਰ ਦਾ ਆਦਰ ਸਤਿਕਾਰ ਘਟਾਇਆ, ਕਰੋੜਾਂ ਦਾ ਪੰਥਕ ਨੁਕਸਾਨ ਹੋਇਆ, ਪੰਥ ਦੀਆਂ ਬੱਚੀਆਂ ਦੀ ਇੱਜ਼ਤ ਰੁਲੀ, ਕੀਮਤੀ ਜਾਨਾਂ ਗਈਆਂ ਅਤੇ ਪੰਥ ਨੂੰ ਸ਼ਰਮਿੰਦਗੀ ਵਾਧੂ ਦੀ ਝੱਲਣੀ ਪੈ ਰਹੀ। ਸੋ ਨੇਕ ਕਮਾਈ ਕਰਕੇ ਖਾਣ ਵਾਲਾ ਅਤੇ ਗੁਰੂ ਦੇ ਸ਼ਬਦ ਦੀ ਵਿਚਾਰ ਅਨੁਸਾਰ ਤੁਰਨ ਵਾਲਾ ਗ੍ਰਸਤੀ ਇਹਨਾਂ ਸਾਧਾਂ ਡੇਰੇਦਾਰਾਂ ਨਾਲੋਂ ਹਰ ਪੱਖੋਂ ਸ੍ਰੇਸ਼ਟ ਹੈ। ਹੋਰ ਕਈ ਕਿਸਮ ਦੇ ਅਪਰਾਧਾਂ ਦੀ ਗੱਲ ਤਾਂ ਛੱਡੋ, ਆਲਸੀਆਂ ਨਕੰਮਿਆਂ ਦਾ ਇਹ ਸਾਧ ਠੱਗ ਟੋਲਾ ਪਲਦਾ ਹੀ ਗ੍ਰਸਤੀਆਂ ਦੀ ਲਹੂ ਪਸੀਨੇ ਦੀ ਕਮਾਈ 'ਤੇ ਹੈ। ਗੁਰੂ ਤੋਂ ਮੂੰਹ ਫੇਰ ਕੇ ਆਪਣੀਆਂ ਵਿਧੀਆਂ ਚਾਲੂ ਕਰਨ ਵਾਲੇ ਅਤੇ ਆਪਣੀ ਅੱਡਰੀ ਮਰਜ਼ਾਦਾ ਚਲਾ ਕੇ ਧਰਮ ਕਰਮ ਕਰਨ ਵਾਲੇ ਇਹ ਡੇਰੇਦਾਰ ਜਿਹੜੀ ਆਪਣੀ ਪ੍ਰਭਤਾ ਬਣਾ ਰਹੇ ਹਨ, ਇਹ ਸਾਰਾ ਨਰਕੀ ਦੁੱਖਾਂ ਦਾ ਹੀ ਸਮਾਨ ਇਕੱਠਾ ਕਰੀ ਜਾ ਰਹੇ ਹਨ। ਗੁਰ ਤੇ ਮੂੰਹ ਫੇਰੇ ਜੇ ਕੋਈ, ਗੁਰ ਕਾ ਕਹਿਆ ਨਾ ਚਿਤ ਧਰੈ, ਕਰ ਆਚਾਰ ਬਹੁ ਸੰਪੋ ਸੰਚੈ, ਜੋ ਕਿਛ ਕਰੇ ਸੋ ਨਰਕ ਭਰੇ। ਪੰਨਾ 1334। ਚਾਹੀਦਾ ਤਾਂ ਇਹ ਹੈ ਕਿ ਮਨੁੱਖ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗਿਆਨ ਨਾਲ ਜੁੜ ਕੇ ਸਤਿਗੁਰਾਂ ਦੀ ਮੱਤ ਅਨੁਸਾਰ ਆਪਣੀ ਜੀਵਨ ਜੁਗਤ ਸਵਾਰ ਕੇ ਵਿਖਿਆ ਰੂਪ ਜੀਵਨ ਨੂੰ ਅੰਮ੍ਰਿਤ ਬਣਾ ਲਵੇ। ਭਾਵ ਸ਼ਬਦ ਗਿਆਨ ਦੀ ਸੁਗੰਧੀ ਨਾਲ ਅੱਕ ਤੋਂ ਚੰਦਨ ਬਣ ਜਾਵੇ। ਬਿਖ ਸੇ ਅੰਮ੍ਰਿਤ ਪਏ, ਗੁਰਮਤਿ ਬੁੱਧ ਪਾਈ, ਅੱਕੋਂ ਪਰਮਲ ਪਏ, ਅੰਤਰ ਵਾਸ ਨਾ ਵਸਾਈ। ਪੰਨਾ 565। ਸਤਿਗੁਰਾਂ ਦੀ ਮਿਹਰ ਨਾਲ ਪਹਿਲਾਂ ਆਪ ਪਾਰਸ ਬਣੇ ਅਤੇ ਸਤਿਕਾਰਯੋਗ ਬਣ ਕੇ ਦੂਜਿਆਂ ਨੂੰ ਪਾਰਸ ਬਣਾਉਣ ਦੀ ਸੇਵਾ ਸਾਂਭੇ। ਆਪ ਗਿਆਨਹੀਨ ਅੰਨਾ ਦੂਜਿਆਂ ਨੂੰ ਠੱਗਣ ਦੇ ਸਿਵਾ ਕਿਸੇ ਨੂੰ ਭਲੇ ਰਾਹ ਨਹੀਂ ਤੋਰ ਸਕਦਾ। ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸ ਕਾ ਉਹ ਕਰਨੇ ਹਾਰ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੇ ਚਲਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਪੰਨਾ 279। ਸਤਿਗੁਰ ਭੇਟੇ ਤਾਂ ਪਾਰਸ ਹੋਵੈ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ 부ਝਾਏ। ਵਿਣ ਪਾਰਸ ਤੇ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ, ਗੁਰੂ ਸਦਾਏ ਅਗਿਆਨੀ ਅੰਧਾ, ਕਿਉ ਉਹ ਮਾਰਗ ਪਾਏ। ਪੰਨਾ 491। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 8ਵੇਂ ਕਾਂਡ ਦਾ 12ਵਾਂ ਅਤੇ ਅਖੀਰਲਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।